ਵਸਿਆ ਸੋਏ, ਹਰ ਮਨ ਤਨ ਵਸਿਆ ਸੋਏ। ਜੈ ਜੈਕਾਰ ਕਰੇ ਸਭ ਕੋਇ, ਜੈ ਜੈਕਾਰ ਕਰੇ ਸਭ ਕੋਇ, ਜੈ ਜੈਕਾਰ ਕਰੇ ਸਭ ਕੋਇ, ਜੈ ਜੈਕਾਰ ਕਰੇ ਸਭ ਕੋਇ। ਵਾਹਿਗੁਰੂ। ਤੇਗ ਬਹਾਦਰ ਸਿਮਰਿਆ, ਹਰਿ ਨਾਮ ਨਿਤ ਆਵੈ ਧਾਇ। ਸਭ ਥਾਇ ਹੋਇ ਸਹਾਇ, ਸਭ ਥਾਇ ਹੋਇ ਸਹਾਇ। ਤੇਗ ਬਹਾਦਰ ਸਿਮਰਿਆ, ਹਰਿ ਨਾਮ ਨਿਤ ਆਵੈ ਧਾਇ। ਸਭ ਥਾਇ ਹੋਇ ਸਹਾਇ, ਸਭ ਥਾਇ ਹੋਇ ਸਹਾਇ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਹਰਿ ਨਾਮ ਨਿਤ ਆਵੈ ਧਾਇ। ਸਭ ਥਾਇ ਹੋਇ ਸਹਾਇ। ਤੇਗ ਬਹਾਦਰ ਸਿਮਰਿਆ, ਹਰਿ ਨਾਮ ਨਿਤ ਆਵੈ ਧਾਇ। ਸਭ ਥਾਇ ਹੋਇ ਸਹਾਇ। ਪ੍ਰਥਮ ਭਗਵਤੀ ਸਿਮਰ ਕੈ, ਪ੍ਰਥਮ ਭਗਵਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਇ ਸਹਾਇ, ਅਰਜਨ ਹਰ ਗੋਬਿੰਦ ਨੋ। ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਇਐ। ਜਿਸ ਬੈਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਹਰਿ ਨਾਮ ਨਿਤ ਆਵੈ ਧਾਇ। ਸਭ ਥਾਇ ਹੋਇ ਸਹਾਇ, ਸਭ ਥਾਇ ਹੋਇ ਸਹਾਇ, ਸਭ ਥਾਇ ਹੋਇ ਸਹਾਇ, ਹੋਇ ਸਹਾਇ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹ ਪਾਤਸ਼ਾਹੋ ਨਿਹਚਲ ਚੋਰ ਛਤ। ਬੜੀ ਬੜੀ ਵੱਡਾ ਪਾਰ ਤੇਰਾ ਮਰਤਬਾ, ਰੰਗ ਬਰੰਗ ਨਿਕਲ ਜਪਨ ਕਰਵਾ। ਜਿਆ ਨਦੀ ਸਮਝਾਇਆ, ਸਖਸ਼ ਤੇਰਾ ਰਸ ਤੇਰਾ ਕਪਲਾ। ਤੇਰਾ ਕਾਰਨ ਹਰਦਾਇ ਤੁਧ ਥਰ, ਮਾਰ ਮਹਤ ਤੇ ਜਪਨਾ ਆਪ ਜਲ। ਸਰਬਕ ਲਾਭ ਭੋਰ ਦੀ ਸਹਿ ਜਗਤ, ਨਾਨਕ ਦਾਸਨ ਦਾਤ ਦਿਆ ਕੈ। ਬਿਨਵਤਾ ਬਿਨਵਤਾ ਬਿਨਵਤਾ। ਪੌੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਜੀਆ ਅੰਦਰ ਜੀਆ ਸਭ ਕੀ ਜਾਨ ਲਾ, ਸਭ ਕੁਛ ਤੇਰੇ ਵਸ ਤੇਰਾ ਕਰ ਭਲਾ। ਤੇਰੇ ਕਰ ਆਨੰਦ ਵਧਾਈ, ਤੁਧ ਕਰ ਮਾਨ ਮਹਤਾ ਤੇ ਜਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਵੇਦਾਏ ਦਾਇਆ, ਖੇਲੇ ਸਗਲ ਜਗਤ।
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਧਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਨਾਮ ਬਹੁਰੀ। ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤਬ ਜੈਨੇ ਸ਼ਾਅ ਅੱਗਿਓ ਨ ਘੇਰੇ ਜਾਏ। ਦੇਖਨ ਮੈਂ ਥੋੜੇ ਦਿਸੇ, ਲੜਤੇ ਘਣੇ ਦਿਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग सम्मानयोग गुरु की साजी और नवाजी हुई। गुरु का खास रूप गुरु खालसा साध संगत जियो धनता दे पात्र हो। नौवें गुरुदेव तेग बहादुर सिमरै, घर नौन दे आवे धाए, सब थाई होए सहाय। ऐसे गरीबन बाज सतगुरां दे पावन पवित्र चरण छो प्राप्त इतिहासक स्थान ते जुगो जोगा टल सतगुरु श्री गुरु ग्रंथ साहिब जी महाराज जी दी पवित्र पावन हजूरी च हाजरियां भर के अपने जीवन दियां घड़ियां गुरु लेखे ला के सफला और सकारथा कर रहे हो। आज महान पवित्र इतिहासक दिन है। आज दे दिन गुरु घर दे महान गुरसिख ब्रह्म ज्ञानी जिन्हां बाबत महाकवि कविराज भाई संतोख सिंह जी का कथन है, गुरसिखी की अवध आधारा। गुरसिखी की अवधि कहते पानी तो बहुत है, नदियां विच भी है, तलाबां विच भी है, ਸਰੋਵਰਾਂ ਵਿੱਚ ਵੀ ਹੈ, ਖੂਹਾਂ ਵਿੱਚ ਵੀ ਹੈ, ਦਰਿਆਵਾਂ ਵਿੱਚ ਵੀ ਹੈ। ਪਰ ਜੇ ਪਾਣੀ ਦੀ ਹੱਦ ਮੰਨਣਾ ਹੋਵੇ ਤੇ ਪਾਣੀ ਦੀ ਹੱਦ ਸਮੁੰਦਰ ਹੈ। ਸਮੁੰਦਰ ਤੋਂ ਵੱਧ ਪਾਣੀ ਕਿਸੇ ਵਿੱਚ ਨਹੀਂ। ਇਸੇ ਤਰ੍ਹਾਂ ਗੁਰਸਿੱਖੀ ਦੀ ਜੇ ਹੱਦ ਕਹੀਏ ਤਾਂ ਗੁਰਸਿੱਖੀ ਦੀ ਹੱਦ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਨ। सत्कारयोग माता गंगा जी अज दे दिन श्री अमृतसर साहब तो चल के बीड़ बाबा बुढ़ा साहब जी, जिथे बाबा बुढ़ा साहब जी का निवास सी, आके पुत्र का वर मंगिया सी। अज दे दिन बाबा बुढ़ा साहब जी ने बचन कहे, माता तुमरे ग्रह प्रगटेगा योधा। तुहाडे घर च महान योधा परोपकारी पुत्र अवतरत हो के आवेगा। आ जिवें असीं गंढे दे सिर भन्ने ने, इदां जालमां दे सिर भन्नेगा, मलेच्छां दे सिर भन्नेगा। वो जोड़ मेला अज दे दिन भी बेअंत संगतां श्री अमृतसर साहब माझे दियां जिन्नियां संगतां ने, इलाके दियां जिन्नियां संगतां ने ब्रह्म ज्ञानी धन बाबा बुढ़ा साहब जी के स्थान ते मनाउंदियां। पिछले साल अज दे दिन असीं उत्थे हाजरी भरन गए सी तां अमृत वेले दा समां सी। रात नूं पैदल चल के गुरसिख निके निके बच्चे कोई 20 किलोमीटर तो, कोई 15 तो, कोई 30 किलोमीटर तो भी टुर के ना पिंडां चों बाबा बुढ़ा जी की भीड़ विच हाजरियां भरन जांदे ते बाबा बुढ़ा साहब जी नूं नतमस्तक हुंदे, उन्हां नूं चेते करदे। गुरु चरणां च रजोई है
ਕਿ ਐਸੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਤਿਗੁਰਾਂ ਦੀ ਗੁਰਸਿੱਖੀ ਦੇ ਸੰਚੇ ਵਿੱਚ ਢਾਲ ਕੇ ਬਤੀਤ ਕੀਤਾ ਹੈ, ਉਹਨਾਂ ਦੇ ਜੀਵਨ ਵਿੱਚੋਂ ਕਿਣਕਾ ਮਾਤਰ ਵੀ ਸਾਡੇ ਜੀਵਨ ਵਿੱਚ ਆ ਜਾਵੇ ਤੇ ਸਾਡੀ ਜ਼ਿੰਦਗੀ ਕਿਰਤਾਰਥ ਹੋ ਜਾਏ। ਸ਼੍ਰੀ ਗੁਰਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਵੱਡਾ ਘੱਲੂਘਾਰਾ ਜੋ ਇੱਧਰ ਮਾਲਵੇ ਦੇ ਇਲਾਕੇ 'ਚ, ਮਲੇਰਕੋਟਲੇ ਦੇ ਇਲਾਕੇ 'ਚ ਕੋਪਰਹੀੜਾ, ਕੁਤਬਾ, ਬਾਹਮਣੀ, ਗੈਲ, ਇਹ ਪਿੰਡ ਨੇ ਨਾ, ਪਿੰਡਾਂ ਦੇ ਨੇੜੇ ਤੇੜੇ ਇਹ ਵੱਡਾ ਘੱਲੂਘਾਰਾ ਹੋਇਆ। ਅਹਿਮਦ ਸ਼ਾਹ ਅਬਦਾਲੀ ਸੂਬਾ ਸਰਹੰਦ, ਜੋ ਉਸ ਵੇਲੇ ਜੈਨ ਖਾਂ ਨਾਮ ਦਾ ਸੂਬਾ ਸਰਹੰਦ ਸੀ, ਸਰ ਬੁਲੰਦ ਖਾਂ ਵਰਗੇ, ਮਲੇਰਕੋਟਲੀਏ, ਪਠਾਨ ਜਿਹੜੇ ਸਨ, ਲక్ష్ਮੀ ਨਾਰਾਇਣ ਵਰਗੇ, ਇਹ ਸਾਰੇ ਪੰਥ ਦਾ ਖੁਰਾ ਖੋਜ ਮਿਟਾਉਣ ਲਈ ਪਿੱਛੇ ਲੱਗੇ ਹੋਏ ਨੇ। ਪੰਥ ਦੀਆਂ ਮਿਸਲਾਂ ਸਨ। ਬੜੇ ਬੜੇ ਪੰਥ ਦੇ ਚੜ੍ਹਦੀ ਕਲਾ ਦੇ ਜਰਨੈਲ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਇਸੇ ਤਰ੍ਹਾਂ ਕਰੋੜੀਆਂ ਦੀ ਮਿਸਲ ਦੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ, ਡੱਲੇ ਵਾਲੀਆਂ ਮਿਸਲ ਦੇ ਬਹੁਤ ਸਾਰੇ ਸੂਰਬੀਰ ਬਹਾਦਰ ਯੋਧੇ, ਨਿਸ਼ਾਨਾ ਵਾਲੀ ਮਿਸਲ, ਕਨ੍ਹਈਆਂ ਦੀ ਮਿਸਲ, ਨਕਈਆਂ ਦੀ ਮਿਸਲ, ਤੋ ਸਮੁੱਚਾ ਪੰਥ ਹੀ ਉਸ ਵੇਲੇ ਇੱਥੇ ਸੀ। ਬਾਲਕ, ਬੱਚੇ, ਬਜ਼ੁਰਗ, ਬੜਾ ਵੱਡਾ ਵਹੀਰ ਪੰਥ ਦਾ ਨਾਲ ਸੀ। ਤਕਰੀਬਨ 1 ਲੱਖ ਤੋਂ ਵੱਧ ਗਿਣਤੀ ਦੱਸੀ ਜਾਂਦੀ ਹੈ ਸਮੁੱਚੇ ਸਿੰਘਾਂ ਦੀ, ਪੰਥ ਦੀ। ਅਬਦਾਲੀ ਕਹਿੰਦਾ ਸੀ, ਮੈਂ ਇਹਨਾਂ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਣਾ। ਬੜੇ ਭਾਰੀ ਗਹਿ ਗੱਚ ਜੰਗ ਹੋ ਰਹੇ ਨੇ। ਜਾਨੇ ਨੂੰ ਵੰਗਾਰ ਕੇ ਆਖਿਆ ਅਬਦਾਲੀ ਨੇ, ਉਹ ਤੇਰੇ ਕੋਲ 20,000 ਬੰਦਾ ਹੈ, ਤੂੰ ਇਹਨਾਂ ਸਿੰਘਾਂ ਨੂੰ ਅੱਗੋਂ ਘੇਰ ਕੇ ਕਿਉਂ ਨਹੀਂ ਮਾਰਦਾ? ਵਹੀਰ ਨੂੰ ਘੇਰ ਕੇ ਕਿਉਂ ਨਹੀਂ ਮਾਰਦਾ? ਜਾਨੇ ਨੇ ਤੇ ਮਲੇਰੀਏ ਪਠਾਣਾ ਨੇ ਅੱਗੋਂ ਸਿੰਘਾਂ ਨੂੰ ਘੇਰ ਕੇ ਮਾਰਨ ਦਾ ਯਤਨ ਕੀਤਾ, ਪਰ ਚੜ੍ਹਤ ਸਿੰਘ ਤੇ ਬਾਬਾ ਸ਼ਾਮ ਸਿੰਘ ਜੀ ਵਰਗੇ ਯੋਧਿਆਂ ਨੇ ਜਾਨੇ ਦੇ ਔਰ ਮਲੇਰਕੋਟਲੀਏ ਜਿੰਨੇ ਪਠਾਨ ਸੀ, ਇਹਨਾਂ ਦੇ ਦੰਦ ਖੱਟੇ ਕੀਤੇ, ਭੱਜ ਕੇ ਵਾਪਸ ਆ ਗਏ ਅਬਦਾਲੀ ਕੋਲ। ਤੋ ਜਾਨਾ ਜੋ ਸੂਬਾ ਸਰਹੰਦ ਹੈ, ਇਹ ਅਹਿਮਦ ਸ਼ਾਹ ਅਬਦਾਲੀ ਨੂੰ ਕਹਿ ਰਿਹਾ ਹੈ, ਆਓ ਪੰਥ ਦਾ ਇਤਿਹਾਸ ਹੈ, ਵੱਡੇ ਘੱਲੂਘਾਰੇ ਦਾ ਇਤਿਹਾਸ ਹੈ। ਘੱਲੂਘਾਰੇ ਪੰਥ ਦੇ ਵਿੱਚ 3 ਵਾਪਰੇ ਪ੍ਰਸਿੱਧ ਨੇ। ਛੋਟਾ ਘੱਲੂਘਾਰਾ ਜੋ ਪਿੱਛੇ ਆਪਾਂ ਸਰਵਣ ਕਰ ਚੁੱਕੇ ਹਾਂ, ਜੋ ਕਾਹਨੂੰ ਆਣ ਦੀ ਸੰਭ ਤੋਂ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਹੋਇਆ। ਲੱਖੂ ਨੇ ਹਮਲਾ ਕੀਤਾ ਸੀ ਖਾਲਸੇ ਨੂੰ ਮਿਟਾਉਣ ਲਈ। ਇਹ ਦੂਸਰਾ ਵੱਡਾ ਘੱਲੂਘਾਰਾ ਜੋ ਪੰਥ ਨੂੰ ਮੁਕਾਉਣ ਵਾਸਤੇ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਹੈ। ਤੀਸਰਾ ਘੱਲੂਘਾਰਾ ਜੂਨ 1984 ਦਾ ਹੈ, ਜੋ ਉਸ ਵੇਲੇ ਦੀ ਸਮੇਂ ਦੀ ਸਰਕਾਰ ਨੇ ਪੰਥ ਨੂੰ, ਸਿੰਘਾਂ ਨੂੰ ਮਿਟਾਉਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ, ਉਹਦੇ ਤੋਂ ਇਲਾਵਾ ਹੋਰ ਅਨੇਕਾਂ ਸਥਾਨਾਂ ਤੇ ਹਮਲਾ ਕੀਤਾ। ਇਹ 3 ਘੱਲੂਘਾਰੇ ਜਿਹੜੇ ਪੰਥ ਵਿੱਚ ਨੇ, ਉਹਨਾਂ ਦੀਆਂ ਯਾਦਾਂ ਵੀ ਆਪਾਂ ਉਹਨਾਂ ਸ਼ਹੀਦਾਂ ਨੂੰ ਚੇਤੇ ਕਰਕੇ ਸ਼ਰਧਾ ਦੇ ਸੁਮਨ ਭੇਟ ਕਰਦੇ ਹਾਂ। ਇਹ ਕਥਾ ਵੱਡੇ ਘੱਲੂਘਾਰੇ ਦੀ ਚੱਲ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਉਹਨਾਂ ਸਮੂਹ ਸ਼ਹੀਦਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਜੈਨੇ ਸ਼ਾ ਆਕਿਓ, ਅੱਗਿਓ ਨਾ ਘੇਰੇ ਜਾਏ। ਜੈਨ ਖਾਨ ਨੇ ਆ ਕੇ ਅਬਦਾਲੀ ਨੂੰ ਦੱਸਿਆ, ਅਹਿਮਦ ਸ਼ਾਹ ਤੂੰ ਮੈਨੂੰ ਖਾਲਸੇ ਨੂੰ ਘੇਰਨ ਵਾਸਤੇ ਭੇਜਿਆ ਸੀ ਵੀ ਮੈਂ ਅੱਗੋਂ ਘੇਰਾਂ ਤੇ ਤੂੰ ਇਹਨਾਂ ਨੂੰ ਪਿੱਛੋਂ ਮਾਰੇ, ਪਰ ਇਹ ਅੱਗੋਂ ਨਹੀਂ ਘੇਰੇ ਜਾਂਦੇ, ਮੈਂ ਇਹਨਾਂ ਨੂੰ ਨਹੀਂ ਘੇਰ ਸਕਿਆ। ਦੇਖਨ ਮੈਂ ਥੋੜੇ ਦਿਸੇ
ਲੜਤੇ ਘਣੇ ਦਿਸਾਏ। ਕਹਿੰਦਾ ਪਤਾ ਨਹੀਂ ਕੀ ਹੈਰਾਨੀ ਵਾਲੀ ਬਾਤ ਹੈ, ਵੇਖਣ ਵਿੱਚ ਥੋੜੇ ਲੱਗਦੇ ਐ, ਜਦੋਂ ਲੜਨ ਲੱਗਦੇ ਨੇ ਫਿਰ ਬਹੁਤੇ ਦਿਸਣ ਲੱਗ ਪੈਂਦੇ ਨੇ। ਇਹੀ ਪੰਥ ਦੀ ਕਲਾ ਸੀ। ਜੈਨਾ ਆਪ ਕਹਿ ਰਿਹਾ ਸੂਬਾ ਸਰਹੰਦ, ਕਹਿੰਦਾ ਦੇਖਣ ਵਿੱਚ ਥੋੜੇ ਲੱਗਦੇ ਐ, ਪਰ ਜਦੋਂ ਲੜਨ ਜਾਈਏ ਇਹਨਾਂ ਦੇ ਨਾਲ, ਜਦੋਂ ਲੜਦੇ ਨੇ ਅੱਗੋਂ ਆ ਕੇ, ਤਾਂ ਉਸ ਵੇਲੇ ਫੇਰੇ ਬਹੁਤੇ ਨਜ਼ਰ ਆਉਂਦੇ ਹਨ। ਚੌਪਈ ਤੋ ਜੈਨੇ ਸ਼ਾਹ ਆ ਸੁਨਾਈ। ਏਦਾਂ ਜੈਨੇ ਨੇ ਆ ਕੇ ਅਬਦਾਲੀ ਨੂੰ ਸੁਣਾਇਆ। ਘੇਰਨ ਪਏ ਸਿੰਘ ਸੂਰ ਬੁਲਾਈ। ਕਹਿਣ ਲੱਗਾ ਇਹਨਾਂ ਨੂੰ ਘੇਰਨ ਵੇਲੇ ਅਸੀਂ ਜਦੋਂ ਗਏ ਆ ਤੇ ਬੜੇ ਸੂਰਮੇ ਨੇ, ਬੜੀਆਂ ਬਲਾਵਾਂ ਨੇ। ਤਾਂ ਜੈਨਾ ਕਹਿੰਦਾ ਇਹ ਤਾਂ ਬੜੇ ਸੂਰਮੇ, ਬੜੀਆਂ ਬੁਰੀਆਂ ਬਲਾਵਾਂ ਨੇ। ਬਹੀਰ ਛੱਡ ਆਪ ਇਸ ਪਰ ਪਰੋ। ਅਬਦਾਲੀ ਨੂੰ ਕਹਿੰਦਾ ਜੈਨਾ, ਅਹਿਮਦ ਸ਼ਾਹ ਇਸ ਵਹੀਰ ਨੂੰ ਮਾਰਨ ਦਾ ਯਤਨ ਨਾ ਕਰ, ਵਹੀਰ ਦੇ ਤਾਂ ਨੇੜੇ ਨਹੀਂ ਲੱਗਣ ਦਿੰਦੇ। ਵਹੀਰ ਸੀ ਨਾ ਖਾਲਸੇ ਦਾ, ਨਾਲ ਬੱਚੇ ਸੀ, ਬਜ਼ੁਰਗ ਸੀ, ਜਿੰਨਾ ਸਵਾਬ ਹੁੰਦਾ, ਰਾਜਸਾਜ ਹੁੰਦਾ ਸਾਰਾ ਦਲ ਪੰਥ ਦਾ, ਉਹ ਵੀ ਨਾਲ ਸੀ। ਕਹਿੰਦਾ ਆਪਾਂ ਵਹੀਰ ਨੂੰ ਛੱਡ ਕੇ ਸਿੰਘਾਂ ਨੂੰ ਮਾਰੀਏ। ਅਵਲ ਕਤਲ ਇਸ ਫੌਜੇ ਕਰੋ। ਕਹਿੰਦਾ ਅਵਲ ਪਹਿਲਾਂ ਆਪਾਂ ਜਿਹੜੀ ਇਹ ਫੌਜ ਹੈ ਸਿੰਘਾਂ ਦੀ, ਖਾਲਸੇ ਦੀ, ਇਹਨਾਂ ਨੂੰ ਖਤਮ ਕਰੀਏ। ਸੁਨਤ ਸ਼ਾਹ ਸੋਈ ਮੰਨ ਲਈ। ਅਬਦਾਲੀ ਨੇ ਜੈਨ ਖਾਨ ਦੀ ਇਹ ਗੱਲ ਸੁਣੀ ਤੇ ਮੰਨ ਲਈ। ਦੌੜ ਫੌਜ ਕੈ ਉਪਰ ਕਈ। ਇਹਨੇ ਹੁਣ ਖਾਲਸੇ ਦੀਆਂ ਫੌਜਾਂ ਦੇ ਉੱਤੇ ਹੱਲਾ ਬੋਲਿਆ। ਕਿਚਕ ਸਿੰਘਨ ਖੜ ਸ਼ਲਕ ਚਲਾਈ। ਸਿੰਘਾਂ ਨੇ ਖਲੋ ਕੇ ਪੈਰ ਜਮਾ ਕੇ ਕੁਝ ਬੰਦੂਕਾਂ ਦੀਆਂ ਸ਼ਲਖਾਂ ਚਲਾਈਆਂ। ਦਏ ਗੇਰ ਜੋ ਆਵਤ ਤਾਈ। ਜਿਹੜਾ ਅਬਦਾਲੀ ਤੇ ਉਹਦੇ ਸੂਰਮੇ ਨੇੜੇ ਆਉਣ ਲੱਗੇ, ਉਹਨਾਂ ਨੂੰ ਮਾਰ ਮਾਰ ਕੇ ਗੋਲੀਆਂ ਸਿੰਘਾਂ ਨੇ ਜ਼ਮੀਨ ਤੇ ਭੂਏ ਸੁੱਟ ਦਿੱਤੇ। ਤਬ ਸਿੰਘ ਸ਼ਾਹ ਆਵਤ ਜਾਨਾ। ਸਿੰਘਾਂ ਨੇ ਵੇਖਿਆ ਕਿ ਅਬਦਾਲੀ ਹੁਣ ਸਾਡੇ ਪਿੱਛੇ ਆ ਰਿਹਾ ਹੈ। ਸਰਕ ਤੁਰੇ ਤਿਨ ਖੜਨ ਤਜਾਨਾ। ਖਾਲਸੇ ਨੇ ਵੇਖਿਆ ਕਿ ਹੁਣ ਖਲੋ ਕੇ ਲੜਨਾ ਔਖਾ ਹੋਣਾ ਹੈ, ਤੇ ਹੌਲੇ ਹੌਲੇ ਸਰਕਣ ਲੱਗ ਪਏ ਅੱਗੇ ਨੂੰ। ਸਹਿਜੇ ਸਹਿਜੇ ਸਰਕਦੇ ਹੌਲੇ ਹੌਲੇ ਅੱਗੇ ਚੱਲਦੇ ਆ, ਨਾਲੇ ਪਿੱਛੇ ਮੂੰਹ ਕਰਕੇ ਲੜਦੇ ਹਨ। ਮੁੜ ਮੁੜ ਸਿੰਘ ਰਾਮ ਜੰਗੇ ਚਲਾਵੇ। ਮੁੜ ਮੁੜ ਕੇ ਸਿੰਘ ਰਾਮ ਜੰਗੇ ਚਲਾਉਂਦੇ ਆ। ਰਾਮ ਜੰਗੇ ਬੰਦੂਕਾਂ ਨੂੰ ਕਹਿੰਦੇ ਹਨ। ਰਾਮ ਜੰਗੇ ਦੀਆਂ ਗੋਲੀਆਂ ਮੁੜ ਮੁੜ ਕੇ ਖਾਲਸੇ ਦਾਗਦੇ ਹਨ। ਨੇੜ ਟੁਕੇ ਉਸ ਮਾਰ ਗਿਰਾਵੇ। ਜਿਹੜਾ ਨੇੜੇ ਟੁਕਦਾ ਅਬਦਾਲੀ ਦਾ ਸੂਰਮਾ, ਮਾਰ ਕੇ ਰਾਮ ਜੰਗਾ ਨੂੰ ਆਰਾਮ ਨਾਲ ਹੀ ਸਵਾ ਦਿੰਦੇ ਆ, ਮਿੱਟੀ ਦੀ ਖੇਹ ਦੇ ਵਿੱਚ ਰਲਾ ਦਿੰਦੇ ਹਨ। ਤਬ ਮੁੱਕੇ ਨਿਜ ਸ਼ਾਹ ਬਹੁ ਫੌਜ। ਉਧਰ ਅਬਦਾਲੀ ਨੇ ਵੇਖਿਆ ਕਿ ਮੇਰੇ ਬਹੁਤੇ ਸੂਰਮੇ ਜਿਹੜੇ ਨੇ ਮੁੱਕਣ ਲੱਗੇ ਨੇ, ਮਰਨ ਲੱਗੇ ਹਨ। ਉਚਲ ਸਮੁੰਦ ਜਾਣੇ ਆਵਤ ਮੋਜ। ਸਿੰਘ ਜਿੰਨਿਆਂ ਨੂੰ ਮਾਰਦੇ ਨੇ, ਅਬਦਾਲੀ ਦੀਆਂ ਫੌਜਾਂ ਹੋਰ ਵੱਧ ਚੜ ਕੇ ਆ ਜਾਂਦੀਆਂ। ਕਦੋਂ ਮੁੱਕਣ? 3 ਲੱਖ ਤੋਂ ਵੀ ਵੱਧ ਦੁਸ਼ਮਣ ਦੀ ਫੌਜ ਸੀ। ਕਦੋਂ ਕਿੱਥੇ ਮੁੱਕਦੇ ਆ ਉਹ? ਜਿੰਨਿਆਂ ਨੂੰ ਮਾਰਦੇ ਨੇ ਸਿੰਘ, ਅਬਦਾਲੀ ਦੇ ਫੌਜ ਦੇ ਸੂਰਮੇ ਜਿਹੜੇ ਨੇ, ਉਹ ਸਮੁੰਦਰ ਵਾਂਗੂ ਉਛਲ ਕੇ ਆਉਂਦੇ ਹਨ। ਨੱਟ ਸਿੰਘ ਕੋ ਡੇਢ ਕੁ ਚੱਲੇ। ਏਦਾਂ ਅੱਗੇ ਅੱਗੇ ਚੱਲਦੇ ਆ। ਮਹਾਰਾਜ ਜੀ ਦਾ ਖਾਲਸਾ ਸਿੰਘ ਬਹਾਦਰ ਯੋਧੇ ਤਕਰੀਬਨ 1.5 ਕੋਹ ਦਾ ਪੈਂਡਾ ਤੈਅ ਕਰਕੇ ਅੱਗੇ ਵਧੇ। ਫੇਰ ਸਿੰਘ ਤੈ ਹੋ ਰਹੇ ਖੱਲੇ। ਪਹਿਲਾਂ 1.5 ਕੋਹ ਤਾਂ ਚੱਲਦੇ ਰਹੇ, ਫਿਰ ਸਿੰਘ ਖਲੋ ਗਏ ਆਪਣੇ ਪੈਰ ਅੜਾ ਕੇ। ਦੋਹਰਾ ਚੜਤ ਸਿੰਘ ਓਈ ਹੱਲੇ ਰਿਓ ਬਹੀਰੇ ਮਾਏ। ਜਥੇਦਾਰ ਚੜਤ ਸਿੰਘ ਜੀ ਸ਼ੁਕਰ ਚੱਕੀਆਂ ਦੀ ਮਿਸਲ ਦੇ ਜਥੇਦਾਰ, ਮਾਨ ਸਿੰਘ ਦੇ ਪਿਤਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਬੜੀ ਸੂਰਬੀਰਤਾ ਦੇ ਨਾਲ ਵਹੀਰ ਨਾਲ ਸੀ। ਜੋ ਪੰਥ ਵਿੱਚ ਵਹੀਰ ਸੀ, ਬੱਚੇ ਸੀ, ਬਜ਼ੁਰਗ ਸੀ, ਉਸ ਵਹੀਰ ਨਾਲ ਚੜਤ ਸਿੰਘ ਸ਼ੁਕਰ ਚੱਕੀਆ ਜੀ ਸਨ। ਉਹਨਾਂ ਦੀ ਰਖਵਾਲੀ ਵਾਸਤੇ ਬੜੀ ਬਹਾਦਰੀ ਨਾਲ ਉਹ ਦੁਸ਼ਮਣ ਜਦੋਂ ਹੱਲਾ ਕਰਕੇ ਵਹੀਰ ਤੇ ਆਉਂਦਾ ਹੈ, ਚੜਤ ਸਿੰਘ ਸ਼ੁਕਰ ਚੱਕੀਆ ਉਸ ਹੱਲੇ ਨੂੰ ਰੋਕਦਾ ਹੈ। ਲੜਤ ਪੀੜਤ ਪਾਛੇ ਆਗੇ ਬਹੀਰੇ ਕਰੇ ਅਗਾਏ। ਚੜਤ ਸਿੰਘ ਜੀ ਆਪਣੇ ਨਾਲ ਦੇ ਸਾਥੀਆਂ ਸਮੇਤ ਕਦੇ ਮੂਹਰੇ ਆ ਕੇ, ਕਦੇ ਵਹੀਰ ਦੇ ਪਿਛਲੇ ਪਾਸੇ ਜਾ ਕੇ ਲੜਦੇ ਨੇ ਵੈਰੀਆਂ ਦੇ ਦਲ ਨਾਲ, ਔਰ ਵਹੀਰ ਨੂੰ ਥੋੜਾ ਥੋੜਾ ਅੱਗੇ ਨੂੰ ਟੋਰਦੇ ਹਨ। ਚੋਪਈ
ਜੱਸਾ ਸਿੰਘ ਤੈਂ ਖੜ ਕੀਓ ਅਰੜਾ। ਸੁਲਤਾਨੇ ਉਲ ਕੌਮ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਸਮੁੱਚੇ ਪੰਥ ਦੇ ਚੌਥੇ ਜਥੇਦਾਰ, ਆਹਲੂਵਾਲੀਆ ਮਿਸਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਵੀਰ ਰਸ ਵਿੱਚ ਆਏ ਤੇ ਆਪਣਾ ਘੋੜਾ ਖੜਾ ਕਰਕੇ, ਅਰੜਾ ਦਾ ਮਤਲਬ ਹੁੰਦਾ ਅੜੀ ਕਰਕੇ, ਜਿੱਦ ਕਰਕੇ ਵੀ ਹੁਣ ਵੈਰੀਆਂ ਨੂੰ ਇੱਥੋਂ ਅੱਗੇ ਨਹੀਂ ਤੁਰਨ ਦੇਣਾ, ਉਹ ਖਲੋ ਕੇ ਲੜਨ ਲੱਗੇ ਹਨ। ਨਿਜ ਫੌਜ ਖੜਾਈ ਕਰ ਵੱਡ ਝਗੜਾ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਦੇ ਨਾਲ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਆਪਣੇ ਨਾਲ ਖੜਿਆਂ ਕਰਕੇ ਆਹਲੂਵਾਲੀਆ ਮਿਸਲ ਦੇ ਸਮੇਤ ਵੈਰੀ ਦੇ ਸਾਨਮੁਖ ਖਲੋ ਕੇ ਝਗੜਾ ਕਰਦੇ ਲੜਦੇ ਹਨ। ਫੌਜ ਕਹੇ ਹਮ ਖੜੇ ਬਚੇ ਨਾਈ। ਜਿਹੜੀਆਂ ਫੌਜਾਂ ਸਨ ਉਹ ਬਾਬਾ ਜੱਸਾ ਸਿੰਘ ਜੀ ਨੂੰ ਕਹਿੰਦੀਆਂ, ਬਾਬਾ ਜੀ ਆਪਾਂ ਇੱਥੇ ਜੇ ਖਲੋ ਕੇ ਲੜਨ ਲੱਗੇ ਤੇ ਆਪਾਂ ਬਚ ਨਹੀਂ ਸਕਦੇ, ਕਿਉਂਕਿ ਆਪਣੀ ਗਿਣਤੀ ਥੋੜੀ ਹੈ ਤੇ ਦੁਸ਼ਮਣ ਕਈ ਗੁਣਾ ਵੱਧ ਹੈ। ਕਿਛ ਕੋ ਹੋਣ ਹਮ ਦਿਓ ਅਗਾਈ। ਤੇ ਆਪ ਜੀ ਆਗਿਆ ਦਿਓ ਵੀ ਅਸੀਂ ਥੋੜਾ ਬਹੁਤ ਅੱਗੇ ਵੀ ਟੁਰਦੇ ਜਾਈਏ ਤੇ ਨਾਲ ਲੜਦੇ ਵੀ ਚਲੇ ਜਾਈਏ, ਟੁਰੇ ਵੀ ਜਾਈਏ ਤੇ ਮੂੰਹ ਮੋੜ ਕੇ ਲੜਦੇ ਚਲੇ ਜਾਈਏ। ਜ਼ਖਮ ਬਹੁਤ ਜੱਸਾ ਸਿੰਘ ਖਾਏ। ਜਥੇਦਾਰ ਬਾਬਾ ਜੱਸਾ ਸਿੰਘ ਜੀ ਨੇ ਆਪਣੇ ਸਰੀਰ ਤੇ ਵੈਰੀਆਂ ਵੱਲੋਂ ਚਲਾਏ ਸ਼ਸਤਰਾਂ ਨਾਲ ਅਨੇਕਾਂ ਜ਼ਖਮ ਆਪਣੇ ਤਨ ਤੇ ਝੱਲੇ ਹਨ। ਤੀਰ ਗੋਲੀ ਉਹ ਤੇਗ ਕਾਏ ਆਏ। ਬਾਬਾ ਜੱਸਾ ਸਿੰਘ ਜੀ ਦੇ ਸਰੀਰ ਦੇ ਉੱਤੇ ਤੀਰਾਂ ਦੇ ਵਾਰ ਹੋਏ ਨੇ, ਗੋਲੀਆਂ ਚੱਲੀਆਂ ਨੇ, ਕਈ ਥਾਵਾਂ ਤੇ ਤੇਗਾਂ ਦੇ ਫੱਟ ਵੀ ਬਾਬਾ ਜੱਸਾ ਸਿੰਘ ਜੀ ਦੇ ਤਨ ਤੇ ਲੱਗੇ ਹਨ। ਆਪ ਮਾਰੇ ਉਹ ਉਨਕੇ ਝੇਲੇ। ਆਪ ਵੀ ਜਥੇਦਾਰ ਜੱਸਾ ਸਿੰਘ ਜੀ ਨੇ ਬਥੇਰੇ ਬੈਰੀਆਂ ਨੂੰ ਕੱਟਿਆ ਵੱਢਿਆ ਹੈ, ਪਰ ਉਹਨਾਂ ਦੇ ਚਲਾਏ ਸ਼ਸਤਰ ਵੀ ਆਪਣੇ ਤਨ ਤੇ ਝੱਲੇ ਹਨ। ਸੋਏ ਮੱਥੇ ਰੱਖ ਘੋੜੇ ਮੇਲੇ। ਔਰ ਸਾਹਮਣੇ ਸਾਨਮੁਖ ਹੋ ਕੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਵੈਰੀਆਂ ਦੇ ਨਾਲ ਘੋੜੇ ਮੇਲ ਕੇ ਲੜਦੇ ਹਨ। ਜੱਸਾ ਸਿੰਘ ਕੋ ਥੱਕ ਰਿਓ ਘੋੜੋ। ਕਹਿੰਦੇ ਘੋੜਾ ਇੰਨਾ ਵਾਇਆ, ਬਾਬਾ ਜੱਸਾ ਸਿੰਘ ਜੀ ਦਾ ਸਰੀਰ ਵੀ ਬੜਾ ਬਲਵਾਨ ਸੀ, ਉੱਚਾ ਲੰਮਾ ਕੱਦ ਸੀ, ਤੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਦਾ ਘੋੜਾ ਥੱਕ ਗਿਆ, ਹੰਬ ਗਿਆ, ਜਿਹਦੇ ਤੇ ਸਵਾਰ ਸਨ ਬਾਬਾ ਜੱਸਾ ਸਿੰਘ ਜੀ, ਕਿਉਂਕਿ ਘੋੜਾ ਟੋਰਿਆ ਬਹੁਤ, ਅੱਗੇ ਕਦੇ ਵੱਧ ਕੇ ਜਾਂਦੇ ਤੇਜ਼ੀ ਨਾਲ, ਕਦੇ ਜਿੱਧਰ ਜ਼ਿਆਦਾ ਹਮਲਾ ਹੁੰਦਾ ਉਧਰ ਬਾਬਾ ਜੱਸਾ ਸਿੰਘ ਜੀ ਜਾ ਕੇ ਵੈਰੀ ਨੂੰ ਰੋਕਦੇ ਆ। ਲੜਦਿਆਂ ਲੜਦਿਆਂ ਜਥੇਦਾਰ ਬਾਬਾ ਜੱਸਾ ਸਿੰਘ ਜੀ ਦਾ ਘੋੜਾ ਉਹ ਥੱਕ ਗਿਆ। ਕਰਤ ਜੰਗ ਤੇ ਸੋਬੋ ਦੌੜੋ। ਕਹਿੰਦੇ ਦੌੜ ਕੇ ਬੜੀ ਛੇਤੀ ਨਾਲ, ਤੇਜ਼ੀ ਨਾਲ, ਕਾਹਲੀ ਨਾਲ ਬਾਬਾ ਜੀ ਲੜਦੇ ਹਨ। ਜਬੇ ਸਿੰਘ ਉਸ ਅੱਡੀ ਲਗਾਵੇ। ਹੁਣ ਜਦੋਂ ਘੋੜੇ ਨੂੰ ਅੱਡੀ ਮਾਰਦੇ ਨੇ ਬਾਬਾ ਜੱਸਾ ਸਿੰਘ ਜੀ, ਕਿ ਘੋੜਾ ਟੁਰੇ, ਨੈ ਮਾਨੇ ਕੱਛ ਆਗੇ ਨਾ ਧਾਵੇ। ਪਰ ਘੋੜਾ ਮੰਨਦਾ ਨਹੀਂ, ਕਿਉਂਕਿ ਘੋੜਾ ਵੀ ਹੰਬ ਗਿਆ, ਥੱਕ ਗਿਆ, ਆਖਰਕਾਰ ਉਹ ਵੀ ਜਾਨਵਰ ਹੈ, ਪਸ਼ੂ ਹੈ, ਜੀ ਹੈ ਰੱਬ ਦਾ। ਕਹਿੰਦੇ ਘੋੜਾ ਹੰਬ ਗਿਆ, ਉਹਦੇ ਸਰੀਰ ਦੇ ਵਿੱਚ ਵੀ ਚੱਲਣ ਜੋਗਾ ਤਾਣ ਨਹੀਂ ਰਿਹਾ। ਦੋਹਰਾ ਜੱਸਾ ਸਿੰਘ ਕੋ ਪਾਲਕੋ ਗੁਰਮੁਖ ਸਿੰਘ ਜੈ ਨਾਮ। ਜਥੇਦਾਰ ਬਾਬਾ ਜੱਸਾ ਸਿੰਘ ਜੀ ਦਾ ਇੱਕ ਪਾਲਕ ਸੀ। ਪਾਲਕ ਦਾ ਮਤਲਬ ਜਿਵੇਂ ਕੋਈ ਅਨਾਥ ਬੱਚਾ ਹੁੰਦਾ ਤੇ ਉਹਨੂੰ ਪਾਲਣਾ। ਬਾਬਾ ਜੱਸਾ ਸਿੰਘ ਜੀ ਨੇ ਵੀ ਆਪਣੇ ਕੋਲ ਇੱਕ ਬੱਚਾ ਪਾਲਿਆ ਹੋਇਆ ਸੀ, ਗੋਦ ਲਿਆ ਹੋਇਆ ਸੀ, ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ। ਅਕਸਰ ਇਹ ਮਰਿਆਦਾ ਰਹੀ ਹੈ ਪੰਥ ਵਿੱਚ, ਬਹੁਤ ਸਾਰੇ ਸਿੰਘ ਜਿਹੜੇ ਗ੍ਰਸਤੀ ਹੁੰਦੇ ਘਰਾਂ ਵਿੱਚ, ਉਹ ਆਪਣੇ ਬੱਚੇ ਪੰਥ ਦੇ ਚਰਨਾਂ ਵਿੱਚ ਭੇਟ ਕਰਕੇ ਅਰਦਾਸਾ ਕਰਾ ਦਿੰਦੇ ਸੀ ਵੀ ਇਹਦੇ ਵਾਲੀ ਵਾਰਸ ਹੁਣ ਤੁਸੀਂ, ਇਹਦਾ ਵਾਲੀ ਵਾਰਸ ਹੁਣ ਪੰਥ ਹੈ। ਤੇ ਜਥੇਦਾਰ ਸਾਹਿਬ ਜੋ ਪੰਥ ਦੇ ਉਸ ਵੇਲੇ ਅਗਵਾਈ ਕਰਦੇ, ਉਹਨਾਂ ਬੱਚਿਆਂ ਨੂੰ ਆਪਣੇ ਕੋਲ ਪਾਲਦੇ, ਉਹਨਾਂ ਦੀ ਪਰਵਰਿਸ਼ ਕਰਦੇ, ਉਹਨਾਂ ਨੂੰ ਫੌਜ ਦੇ ਨਿਯਮ ਸਿਖਾਉਂਦੇ ਤੇ ਫੌਜਾਂ 'ਚ ਭਰਤੀ ਕਰਦੇ। ਇਸੇ ਤਰ੍ਹਾਂ ਭਾਈ ਗੁਰਮੁਖ ਸਿੰਘ ਜੀ ਸਨ, ਜਿਨ੍ਹਾਂ ਨੂੰ ਬਾਬਾ ਜੱਸਾ ਸਿੰਘ ਜੀ ਨੇ ਬੜੇ ਲਾੜ ਨਾਲ ਪਾਲਿਆ ਸੀ। ਤਿੰਨ ਸਿੰਘ ਜੀ ਕੋ ਆਖਿਓ ਅਬ ਇਹਾਂ ਖੜਨ ਨੈ ਕਾਮ। ਭਾਈ ਗੁਰਮੁਖ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਨੂੰ ਬੇਨਤੀ ਕੀਤੀ, ਬਾਪੂ ਜੀ, ਬਾਬਾ ਜੀ, ਪਿਤਾ ਜੀ, ਹੁਣ ਇੱਥੇ ਖਲੋ ਕੇ ਲੜਨਾ ਯੋਗ ਨਹੀਂ, ਇੱਥੇ ਅੜ ਕੇ ਖਲੋ ਕੇ ਲੜਨ ਦਾ ਹੁਣ ਕੀ ਕੰਮ ਹੈ। ਜੋ ਪਈ ਇਹਾਂ ਖੜੇ ਹਮ ਬਚਤੇ ਨਾਈ। ਕਿਉਂਕਿ ਜੇ ਇੱਥੇ ਖੜ ਕੇ ਆਪਾਂ ਲੜਾਂਗੇ ਫਿਰ ਬਚਾ ਨਹੀਂ ਹੋਣਾ। ਤੁਮ ਹਮਰੀ ਇਮ ਜਾਨ ਗਵਾਈ। ਤੇ ਏਦਾਂ ਜਿਹੜੇ ਨਾਲ ਦੇ ਸਾਥੀ ਨੇ ਉਹ ਵੀ ਬਿਨਾਂ ਕਾਰਨ ਤੋਂ ਸ਼ਹੀਦੀਆਂ ਪਾਉਣਗੇ।
ਜੇ ਇੱਥੇ ਖਲੋ ਕੇ ਲੜਾਂਗੇ। ਇਸ ਕਰਕੇ ਹੌਲੇ ਹੌਲੇ ਅੱਗੇ ਟੁਰਦੇ ਚਲੇ ਜਾਈਏ ਤੇ ਨਾਲ ਲੜਦੇ ਜਾਈਏ, ਇਦਾਂ ਹੀ ਠੀਕ ਹੈ। ਤੋ ਸਿੰਘ ਜੀ ਫਿਰ ਇਮ ਫੁਰਮਾਵੇ। ਬਾਬਾ ਜੱਸਾ ਸਿੰਘ ਜੀ ਬੋਲੇ ਤੇ ਭਾਈ ਗੁਰਮੁਖ ਸਿੰਘ ਨੂੰ ਕਹਿਣ ਲੱਗੇ, ਹਮਰੋ ਘੋੜੋ ਅੱਗੇ ਨਾ ਤਾਵੇ। ਕਹਿਣ ਲੱਗੇ ਭਾਈ ਗੁਰਮੁਖ ਸਿੰਘ ਜੀ, ਸਾਡਾ ਘੋੜਾ ਟੁਰਦਾ ਨਹੀਂ ਹੈ ਅੱਗੇ, ਕਿਉਂਕਿ ਅਸੀਂ ਤਾਂ ਅੱਡੀ ਮਾਰਦੇ ਆ। ਉਹ ਥੱਕ ਗਿਆ ਤੇ ਟੁਰਦਾ ਨਹੀਂ। ਤਬ ਗੁਰਮੁਖ ਸਿੰਘ ਚਾਬਕ ਉਠਾਇਆ। ਉਸ ਵੇਲੇ ਭਾਈ ਗੁਰਮੁਖ ਸਿੰਘ ਦੇ ਹੱਥ ਦੇ ਵਿੱਚ ਚਾਬਕ ਸੀ ਘੋੜੇ ਨੂੰ ਹੱਕਣ ਵਾਲੀ। ਤਾਂ ਭਾਈ ਗੁਰਮੁਖ ਸਿੰਘ ਜੀ ਨੇ ਚਾਬਕ ਚੁੱਕਿਆ, ਚਾਹਤ ਘੋੜੇ ਤਨ ਕੋ ਲਾਇਆ। ਤੇ ਘੋੜੇ ਨੂੰ ਮਾਰਨ ਵਾਸਤੇ ਵੀ ਚਾਬਕ ਨਾਲ ਡਰਾਵਾਂਗਾ ਤੇ ਘੋੜਾ ਟੁਰੇਗਾ। ਅੱਡੀ ਮਾਰਿਆ ਟੁਰਦਾ ਨਹੀਂ ਸੀ ਨਾ, ਵੀ ਚਾਬਕ ਮਾਰਾਂਗਾ ਤੇ ਬਾਬਾ ਜੱਸਾ ਸਿੰਘ ਜੀ ਦਾ ਘੋੜਾ ਚੱਲ ਪਵੇਗਾ। ਉਹ ਚਾਬਕ ਮਾਰਨ ਵਾਸਤੇ ਚਾਬਕ ਚੁੱਕੀ ਭਾਈ ਗੁਰਮੁਖ ਸਿੰਘ ਨੇ। ਤਬ ਸਿੰਘ ਜੀ ਨਿਜ ਦੇਖੇ ਹਟਾਇਓ। ਤਾਂ ਉਸ ਵੇਲੇ ਬਾਬਾ ਜੱਸਾ ਸਿੰਘ ਜੀ ਦੀ ਨਿਗਾਹ ਪਈ, ਕਹਿੰਦੇ ਉਹ ਗੁਰਮੁਖ ਸਿਆ, ਘੋੜੇ ਨੂੰ ਚਾਬਕ ਨਾ ਮਾਰੀ, ਸਾਡੇ ਜਾਨ ਭਾਈ ਨੂੰ। ਏਦਾਂ ਸੰਬੋਧਨ ਕੀਤਾ, ਕਹਿੰਦੇ ਚਾਬਕ ਨਾ ਮਾਰੀ, ਚਾਹੇ ਹਮਕੋ ਤੂੰ ਚੁਟਕ ਲਗਾਇਓ। ਤੇ ਸਾਨੂੰ ਚਮਕ ਲਾਣਾ ਚਾਹੁੰਦਾ, ਤੂੰ ਸਾਡੇ ਤੇ ਕਲੰਕ ਲਾਣਾ ਚਾਹੁੰਦਾ। ਪੰਥ ਸੁਨੇ ਹਮਕੋ ਕਹੇ ਠੱਠਾ। ਕਹਿੰਦੇ ਜਦੋਂ ਪੰਥ ਨੂੰ ਪਤਾ ਲੱਗੇਗਾ ਤਾਂ ਪੰਥ ਸੁਣ ਕੇ ਇਹ ਕਹੇਗਾ ਵੀ ਜੱਸਾ ਸਿੰਘ ਨੱਠ ਗਿਆ ਘੋੜੇ ਨੂੰ ਚਾਬਕ ਮਰਵਾ ਕੇ। ਮੈਨੂੰ ਪੰਥ ਦਾ ਮੁਖੀ ਬਣਾਇਆ, ਮੈਂ ਪੰਥ ਦਾ ਆਗੂ ਹਾਂ, ਤੇ ਜਦੋਂ ਤੂੰ ਘੋੜੇ ਨੂੰ ਚਾਬਕ ਮਾਰੇਗਾ ਤੇ ਘੋੜਾ ਦੌੜੇਗਾ ਤੇ ਪੰਥ ਦੇ ਵਿੱਚ ਮੇਰਾ ਨਾਮ ਭਗੈਲ ਪਏਗਾ। ਭਗੌੜਾ ਕਹਿਣਗੇ ਮੈਨੂੰ ਪੰਥ ਦੇ ਵਿੱਚ, ਤੂੰ ਇਹ ਕਲੰਕ ਮੇਰੇ ਮੱਥੇ ਤੇ ਲਾਣਾ ਚਾਹੁੰਦਾ। ਘੋੜਾ ਕੁਟਾਏ ਜੱਸਾ ਸਿੰਘ ਨੱਠਾ। ਸਿੰਘ ਆਖਣਗੇ, ਪੰਥ ਆਖੇਗਾ ਕਿ ਜੱਸਾ ਸਿੰਘ ਨੇ ਆਪਣੇ ਪੁੱਤਰ ਗੁਰਬਖਸ਼ ਸਿੰਘ ਕੋਲੋਂ ਘੋੜੇ ਨੂੰ ਚਾਬਕਾਂ ਮਰਵਾਈਆਂ ਤੇ ਦੌੜ ਗਿਆ, ਭਜਾ ਕੇ ਘੋੜਾ ਲੈ ਕੇ ਦੌੜ ਗਿਆ। ਇਹ ਰੌਲਾ ਪੰਥ ਦੇ ਵਿੱਚ ਪਵੇਗਾ। ਕਿਆ ਮੁਖ ਲੈ ਮੈਂ ਬਹੁ ਦੀਵਾਨ। ਮੈਨੂੰ ਪੰਥ ਨੇ ਮੁਖੀ ਬਣਾਇਆ, ਤੇ ਜੇ ਏਦਾਂ ਘੋੜਾ ਭਜਾ ਕੇ ਨੱਠ ਗਿਆ ਮੈਂ ਇੱਥੋਂ ਰਣ ਤੱਤੇ ਚੋਂ, ਤੇ ਪੰਥ ਦੇ ਵਿੱਚ ਮੁੜ ਕੇ ਜਦੋਂ ਪੰਥ ਦਾ ਦੀਵਾਨ ਸਜੇਗਾ ਮੈਂ ਕੀ ਮੂੰਹ ਲੈ ਕੇ ਜਾਵਾਂਗਾ ਪੰਥ ਵਿੱਚ? ਪੰਥ ਦੇ ਸਾਨਮੁਖ ਕਿਹੜਾ ਮੂੰਹ ਲੈ ਕੇ ਹਾਜ਼ਰ ਹੋਵਾਂਗਾ? ਕਰੇ ਮਸਕਰੀ ਹਮਕੋ ਆਨ। ਮੈਨੂੰ ਸਾਰੇ ਮਸ਼ਕਰੀ ਕਰਨਗੇ ਤੇ ਮਖੌਲ ਕਰਕੇ ਠੱਠਾ ਕਰਨਗੇ। ਮੈਂ ਖਾਲਸੇ ਪਾਤਸ਼ਾਹ ਕਹਾਇਓ। ਮੈਨੂੰ ਖਾਲਸੇ ਨੇ ਪੰਥ ਪਾਤਸ਼ਾਹ ਦਾ ਖਿਤਾਬ ਦਿੱਤਾ ਹੈ। ਮੈਨੂੰ ਪੰਥ ਨੇ ਪਾਤਸ਼ਾਹ ਦਾ ਖਿਤਾਬ ਦਿੱਤਾ, ਸੁਲਤਾਨੇ ਉਲ ਕੌਮ ਦਾ ਖਿਤਾਬ ਦਿੱਤਾ ਹੈ। ਤੁਮ ਚਾਹਤੇ ਹਮ ਗੀਦੀ ਬਣਾਇਓ। ਤੇ ਤੂੰ ਸਾਨੂੰ ਪੰਥ ਦੇ ਵਿੱਚ ਗੀਦੀ ਤੇ ਕਾਇਰ ਬਣਾਉਣਾ ਚਾਹੁੰਦਾ ਕਿ ਮੈਂ ਰਣ ਭੂਮੀ ਨੂੰ ਛੱਡ ਕੇ ਭੱਜ ਜਾਵਾਂ? ਤੂੰ ਮੈਨੂੰ ਗੀਦੀ ਤੇ ਕਾਇਰ ਕਹਾਣਾ ਚਾਹੁੰਦਾ। ਇਸ ਜੀਵਨ ਤੇ ਮਰਨੋਂ ਬੇਸ। ਮੈਨੂੰ ਕੋਈ ਗੀਦੀ ਕਹੇ, ਕਾਇਰ ਕਹੇ, ਤੇ ਮੈਂ ਕਾਇਰਾਂ ਦੀ ਜ਼ਿੰਦਗੀ ਜੀਵਾਂ। ਇਹਦੇ ਨਾਲੋਂ ਚੰਗਾ ਗੁਰਮੁਖ ਸਿਆ ਇੱਥੇ ਲੜ ਕੇ ਅਬਦਾਲੀ ਦੀਆਂ ਫੌਜਾਂ ਨਾਲ ਮੈਂ ਸ਼ਹੀਦੀ ਪਾ ਜਾਵਾਂ। ਗੀਦੀ ਕਹਾ ਕੇ ਜੀਵਨ ਨਾਲੋਂ ਇੱਥੇ ਮੈਂ ਮਰਨਾ ਪਸੰਦ ਕਰਦਾ ਹਾਂ। ਰਹੇ ਜਸ ਜਿਸ ਜਗ ਮੈਂ ਲੇਸ਼। ਘੱਟੋ ਘੱਟ ਜਗ ਦੇ ਵਿੱਚ ਜਸ ਤਾਂ ਰਹੇਗਾ, ਸੋਭਾ ਤਾਂ ਰਹੇਗੀ ਕਿ ਜੱਸਾ ਸਿੰਘ ਬਹਾਦਰੀ ਨਾਲ ਲੜ ਕੇ ਸ਼ਹੀਦ ਹੋਇਆ। ਦੋਹਰਾ ਗੁਰਮੁਖ ਸਿੰਘ ਨਿਜ ਛੱਡ ਤੁਰਾ, ਸਿੰਘ ਜੀ ਲਿਓ ਚੜਾਏ। ਕਹਿੰਦੇ ਭਾਈ ਗੁਰਮੁਖ ਸਿੰਘ ਜੀ ਨੇ ਕਿਹਾ, ਆਖਿਆ ਪਿਤਾ ਜੀ 7 ਬਚਨ, ਜਥੇਦਾਰ ਸਾਹਿਬ ਜੀ 7 ਬਚਨ। ਗੁਰਮੁਖ ਸਿੰਘ ਨੇ ਆਪ ਘੋੜੇ ਤੋਂ ਥੱਲੇ ਲੱਥ ਗਏ। ਜਿਹੜਾ ਆਪਣਾ ਘੋੜਾ ਸੀ ਗੁਰਮੁਖ ਸਿੰਘ ਦਾ, ਉਹ ਬਾਬਾ ਜੱਸਾ ਸਿੰਘ ਜੀ ਨੂੰ ਦਿੱਤਾ ਕਿ ਤੁਸੀਂ ਇਹਦੇ ਤੇ ਸਵਾਰ ਹੋਵੋ। ਲੜਤ ਪਿੜਤ ਖੜ ਤੋ ਤੁਰਤ, ਜੋਖੋਂ ਸਿਰ ਨਿਜ ਖਾਏ। ਗੁਰਮੁਖ ਸਿੰਘ ਨੇ ਹੋਰ ਘੋੜੇ ਦਾ ਪ੍ਰਬੰਧ ਆਪਣੇ ਲਈ ਕੀਤਾ ਤੇ ਆਪਣਾ ਘੋੜਾ ਬਾਬਾ ਜੱਸਾ ਸਿੰਘ ਜੀ ਨੂੰ ਸਵਾਰੀ ਲਈ ਦਿੱਤਾ। ਬਾਬਾ ਜੱਸਾ ਸਿੰਘ ਜੀ ਘੋੜੇ ਤੇ ਸਵਾਰ ਹੋਏ, ਥੋੜਾ ਜਿਹਾ ਤੁਰਦੇ ਆ, ਲੜਦੇ ਆ, ਔਰ ਅਨੇਕਾਂ ਜ਼ਖਮ ਆਪਣੇ ਸਰੀਰ ਤੇ ਖਾਂਦਿਆਂ ਹੋਇਆਂ ਵੈਰੀਆਂ ਨਾਲ ਜੂਝਦੇ ਜਾ ਰਹੇ ਨੇ। ਚੋਪਈ ਜੱਸਾ ਸਿੰਘ ਖਾਏ ਬਾਈ ਕਾਏ। ਜਥੇਦਾਰ ਬਾਬਾ ਜੱਸਾ ਸਿੰਘ ਜੀ ਨੇ ਆਪਣੇ ਸਰੀਰ ਦੇ ਉੱਤੇ 22 ਘਾਵ, 22 ਫੱਟ ਲੱਗਿਆ ਸਰੀਰ ਤੇ। ਗੋਲੀ ਵੱਜੀ, ਤੀਰ ਵੱਜੇ, ਤਲਵਾਰਾਂ ਵੱਜੀਆਂ, ਨੇਜੇ ਬਰਛਿਆਂ ਦੀਆਂ ਨੋਕਾਂ ਵੱਜੀਆਂ। ਸਰੀਰ ਦੇ ਉੱਤੇ ਜਦੋਂ ਜ਼ਖਮਾਂ ਦੀ ਗਿਣਤੀ ਕੀਤੀ ਗਈ ਬਾਬਾ ਜੱਸਾ ਸਿੰਘ ਜੀ ਦੇ, ਤਾਂ ਸਾਰੇ ਸਰੀਰ ਦੇ ਉੱਤੇ 22 ਜ਼ਖਮ ਸੀ, 22 ਵੱਡੇ ਫੱਟ।
ਤਲਵਾਰ ਦਾ ਜਿਹੜਾ ਫੱਟ ਸਰੀਰ ਨੂੰ ਲੱਗ ਜੇ ਨਾ, ਉਹਦੇ 'ਚ ਬੜੀ ਭਿਆਨਕ ਚੀਸ ਉੱਠਦੀ ਹੈ, ਦਰਦ ਉੱਠਦੀ ਹੈ। ਕਦੇ ਕਿਸੇ ਦੇ ਤਨ ਤੇ ਤਲਵਾਰ ਦਾ ਕੋਈ ਵਾਰ ਲੱਗਾ ਹੋਵੇ ਤਾਂ ਉਹਨੂੰ ਪਤਾ ਹੋਵੇਗਾ ਇਸ ਦਰਦ ਦਾ, ਕਿ ਬੜੀ ਚਸਕ ਹੁੰਦੀ ਹੈ। ਜਿਹੜੀ ਤਲਵਾਰ ਦਾ ਲੋਹਾ ਹੁੰਦਾ, ਉਹ ਧਾਰ ਜਦੋਂ ਕੱਟਦੀ ਹੈ ਤੇ ਉਹਦੀ ਬੜੀ ਭਿਆਨਕ ਪੀੜਾ ਉੱਠਦੀ ਹੈ। ਤੀਰ ਵੱਜੇ ਨੇ, ਗੋਲੀਆਂ ਵੱਜੀਆਂ ਸਨ, ਕੁਝ ਛੂ ਕੇ ਨਿਕਲ ਗਈਆਂ ਸੀ। ਤੋ 22 ਫੱਟ ਬਾਬਾ ਜੱਸਾ ਸਿੰਘ ਜੀ ਦੇ ਸਰੀਰ ਤੇ ਲੱਗੇ ਸਨ। ਤੋਪੀ ਸਿੰਘ ਜੀ ਲੜ ਤੋ ਜਾਏ, ਸਰੀਰ ਚੋਂ ਖੂਨ ਨਿਚੜ ਰਿਹਾ, ਕਤਰਾ ਕਤਰਾ ਖੂਨ ਦਾ ਵਹਿ ਰਿਹਾ, ਪਰ ਫਿਰ ਵੀ ਬਾਬਾ ਜੱਸਾ ਸਿੰਘ ਜੀ ਨੇ ਜ਼ਖਮਾਂ ਦੀ ਪਰਵਾਹ ਨਹੀਂ ਕੀਤੀ ਔਰ ਬੜੀ ਦਲੇਰੀ ਤੇ ਬਹਾਦਰੀ ਨਾਲ ਲੜਦੇ ਜਾ ਰਹੇ ਹਨ। ਜੱਸਾ ਸਿੰਘ ਜਬ ਜ਼ਖਮੀ ਸੁਨਿਓ, ਜਦੋਂ ਬਾਕੀ ਸਰਦਾਰਾਂ ਨੇ, ਮਿਸਲਾਂ ਦੇ ਜਿਹੜੇ ਸਰਦਾਰ ਸੀ, ਜਥੇਦਾਰ ਸੀ, ਉਹਨਾਂ ਨੇ ਜਦੋਂ ਸੁਣਿਆ ਕਿ ਪੰਥ ਪਾਤਸ਼ਾਹ ਬਾਬਾ ਜੱਸਾ ਸਿੰਘ ਜੀ ਜ਼ਖਮੀ ਹੋ ਗਏ ਹਨ, ਸਭ ਸਿਰਦਾਰਨ ਸੁਨ ਸਿਰ ਧੁਨਿਓ, ਤੇ ਸਾਰੇ ਸਰਦਾਰਾਂ ਨੇ ਆਪਣਾ ਸਿਰ ਧੁਨਿਆ, ਪਛਤਾਵਾ ਕੀਤਾ ਵੀ ਸਾਡੇ ਪੰਥ ਦਾ ਪਾਤਸ਼ਾਹ ਹੈ, ਸਾਡੇ ਪੰਥ ਦਾ ਜਥੇਦਾਰ ਹੈ, ਸਾਡਾ ਸਾਰਿਆਂ ਦਾ, ਉਹ ਜ਼ਖਮੀ ਹੋ ਗਿਆ। ਮਨ 'ਚ ਪਛਤਾਵਾ ਕੀਤਾ ਸਾਰਿਆਂ ਨੇ। ਵਿੱਚ ਥੰਨੇ ਸਭ ਆਣ ਖਲੋਏ, ਉਹ ਸਾਰੇ ਬਾਬਾ ਜੱਸਾ ਸਿੰਘ ਜੀ ਦੇ ਕੋਲ ਆ ਕੇ, ਜਿਹੜਾ ਜਥਾ ਸੀ ਨਾ ਬਾਬਾ ਜੱਸਾ ਸਿੰਘ ਜੀ ਦਾ, ਉੱਥੇ ਆਣ ਕੇ ਸਾਰੇ ਸਰਦਾਰ ਖਲੋ ਗਏ। ਭੰਗੀ ਕਨਈਏ ਰਾਮਗੜੀਏ ਜੋਏ, ਕਿਹੜੇ ਕਿਹੜੇ ਜਥੇਦਾਰ ਆਏ ਨੇ? ਭੰਗੀਆਂ ਦੇ, ਭੰਗੀਆਂ ਦੀ ਮਿਸਲ ਹੈ ਪੰਥ ਦੀ। ਬਾਬਾ ਹਰੀ ਸਿੰਘ ਜੀ ਭੰਗੀ ਹੋਏ ਮਿਸਲਦਾਰ, ਬੜੇ ਯੋਧੇ ਸਨ। ਫਿਰ ਕਨਈਆਂ ਦੀ ਮਿਸਲ ਤੇ ਰਾਮਗੜੀਆਂ ਦੀ ਮਿਸਲ। ਨਕਈ ਨਿਸ਼ਾਨ ਚੀ ਡੱਲੇਵਾਲ, ਫਿਰ ਨਕਈਆਂ ਦੀ, ਨੱਕੇ ਦੇ ਇਲਾਕੇ ਦੇ ਹੋਣ ਕਰਕੇ ਉਹਨਾਂ ਨੂੰ ਨਕਈ ਕਹਿੰਦੇ ਹਨ, ਨਕਈਆਂ ਦੀ ਮਿਸਲ। ਫਿਰ ਨਿਸ਼ਾਨਾ ਵਾਲੀ ਮਿਸਲ। ਕਪੂਰ ਸਿੰਘ ਉਹ ਆਲੂ ਵਾਲੀਏ, ਫਿਰ ਡੱਲੇ ਵਾਲੀਆਂ ਦੀ ਮਿਸਲ। ਜਥੇਦਾਰ ਨਵਾਬ ਕਪੂਰ ਸਿੰਘ ਜੀ ਦੀ ਸਿੰਘਪੁਰੀਆਂ ਦੀ, ਜਿਨ੍ਹਾਂ ਨੂੰ ਫੈਜ਼ਲਪੁਰੀਆਂ ਦੀ ਮਿਸਲ ਵੀ ਕਹਿੰਦੇ ਆ। ਇਸੇ ਤਰ੍ਹਾਂ ਆਲੂ ਵਾਲੀਆਂ ਦੀ ਮਿਸਲ। ਸ਼ੁਕਰ ਚੱਕੀਏ ਸ਼ਾਮ ਸਿੰਘੀਏ ਸਾਰੇ, ਸ਼ੁਕਰ ਚੱਕੀਏ ਜਿਨ੍ਹਾਂ ਦੇ ਜਥੇਦਾਰ ਬਾਬਾ ਚੜ੍ਹਤ ਸਿੰਘ ਜੀ ਨੇ। ਸ਼ਾਮ ਸਿੰਘੀਏ ਜਿਨ੍ਹਾਂ ਨੂੰ ਕਰੋੜ ਸਿੰਘੀਆਂ ਦੀ ਮਿਸਲ ਦੇ ਵੀ ਆਗੂ ਕਹਿ ਸਕਦੇ ਹਾਂ। ਕਰੋੜਾ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਦੇ ਚਾਟੜੇ ਸਨ। ਤੋ ਇਸ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ ਜੋ ਕਰੋੜੀਆਂ ਦੀ ਮਿਸਲ ਵਾਲੇ ਕਹੇ ਜਾਂਦੇ ਜਾਂ ਸ਼ਾਮ ਸਿੰਘੀਏ ਕਹੇ ਜਾਂਦੇ ਹਨ। ਸ਼ਹੀਦ ਨਿਹੰਗ ਉਹ ਗੁਰੂ ਪਿਆਰੇ, ਸ਼ਹੀਦਾਂ ਦੀ ਮਿਸਲ ਜਿਹਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਸਨ। ਤੋ ਸ਼ਹੀਦਾਂ ਦੀ ਮਿਸਲ ਜਿਨ੍ਹਾਂ ਨੂੰ ਨਿਹੰਗਾਂ ਦੀ ਮਿਸਲ ਵੀ ਕਹਿੰਦੇ ਹਨ। ਅੰਮ੍ਰਿਤ ਸਰੀਏ ਉਹ ਪੁਰੀਓ ਆਨੰਦ, ਜਥੇ ਵੀ ਇਹ ਮਿਸਲਾਂ ਸਨ ਤੇ ਕੁਝ ਜਥੇ ਵੀ ਸੀ। ਜਥੇ ਕਿਹੜੇ ਨੇ? ਅੰਮ੍ਰਿਤਸਰੀਏ ਜਥਾ ਹੈ, ਏਦਾਂ ਆਨੰਦਪੁਰ ਸਾਹਿਬ ਦੇ ਆਨੰਦਪੁਰੀਆਂ ਦਾ ਜਥਾ ਹੈ। ਰਮਦਾਸੀਏ ਰੰਗਰੇਟੇ ਔਰ ਮਸੰਦ, ਫਿਰ ਰੰਗਰੇਟਿਆਂ ਦੀਆਂ ਜਿਹੜੀਆਂ ਫੌਜਾਂ ਨੇ, ਰੰਗਰੇਟੇ ਗੁਰੂ ਕੇ ਬੇਟੇ, ਉਹਨਾਂ ਦਾ ਜਥਾ ਵੀ ਨਾਲ ਹੈ। ਜਿਹੜੇ ਗੁਰੂ ਘਰ ਦੀ ਮਸਨਦ ਨਾਲ ਜੁੜੇ ਹੋਏ ਉਹ ਵੀ ਹਨ। ਬੇਦੀ ਸੋਢੀ ਤੇਹਨ ਉਹ ਭੱਲੇ, ਬੇਦੀਆਂ ਸੋਢੀਆਂ ਤ੍ਰੇਹਣ ਤੇ ਭੱਲੇ ਜਿਹੜੇ ਗੁਰੂ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਸਨ। ਉਹ ਸਾਹਿਬਜ਼ਾਦੇ ਜਿਹੜੇ ਅੰਮ੍ਰਿਤ ਛਕ ਕੇ ਖਾਲਸੇ ਚ ਰਲ ਗਏ ਸਨ ਨਾਲ ਹਨ। ਰਹਿਤ ਹੁਤੇ ਜੇ ਖਾਲਸੇ ਰੱਲੇ, ਇਹ ਖਾਲਸੇ ਦੇ ਨਾਲ ਰਲੇ ਹੋਏ ਸਨ। ਸ਼ਹੀਦ ਹੋਏ ਉਹ ਜ਼ਖਮੀ ਹੋਏ, ਇਹਨਾਂ ਚੋਂ ਬਹੁਤੇ ਸ਼ਹੀਦੀਆਂ ਪਾ ਰਹੇ ਨੇ, ਸਰੀਰ ਤੇ ਜ਼ਖਮ ਝੱਲ ਰਹੇ ਨੇ, ਫੱਟ ਝੱਲ ਰਹੇ ਨੇ। ਕਦੇ ਖੜੇ ਕਦ ਲੜੇ ਤੁਰੇ, ਕਦੇ ਖਲੋ ਕੇ ਲੜਦੇ ਨੇ ਤੇ ਕਦੇ ਟੁਰਦਿਆਂ ਟੁਰਦਿਆਂ ਵੀ ਲੜਦੇ ਹਨ। ਦੋਹਰਾ ਨਿੱਕੇ ਵੱਡੇ ਜੇ ਹੁਤੇ ਸਭ ਫੜ ਖੜੇ ਹਥਿਆਰ, ਜਿੰਨੇ ਨਿੱਕੇ ਵੱਡੇ ਜਥੇਦਾਰ ਸਨ ਸਾਰੇ ਹਥਿਆਰ ਪਕੜ ਕੇ ਤਿਆਰ ਬਰ ਤਿਆਰ ਹੋ ਕੇ ਖਲੋ ਗਏ। ਅੱਗੇ ਉਹਾਂ ਤੇ ਤੋ ਤੁਰੇ ਇੱਕ ਇੱਕ ਦੋਏ ਦੋਏ ਮਾਰ, ਕਹਿੰਦੇ ਅੱਗੇ ਤਾਂ ਤੁਰਦੇ ਨੇ ਦੋ ਦੋ ਚਾਰ ਚਾਰ ਵੈਰੀਆਂ ਨੂੰ ਝਟਕ ਕੇ, ਥੋੜਾ ਜਿਹਾ ਟੁਰਦੇ ਨੇ ਫਿਰ ਦੋ ਚਾਰਾਂ ਨੂੰ ਮਾਰਦੇ, ਫਿਰ ਟੁਰਦੇ ਨੇ, ਏਦਾਂ ਲੜਦੇ ਨੇ ਖਾਲਸੇ। ਤਬੇ ਕਿਸੇ ਨੇ ਕਹਿ ਦਿਓ ਚੜ ਸਿੰਘ ਵੀਰ ਸੁਨਾਏ। ਹੁਣ ਫੌਜਾਂ ਵਿੱਚ ਭਾਂਤ ਭਾਂਤ ਦੀਆਂ ਫੌਜਾਂ ਹੁੰਦੀਆਂ। ਇੱਕ ਸਿੰਘ ਨੇ ਕਿਤੇ ਬੋਲੀ ਮਾਰ ਦਿੱਤੀ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ। ਜਥੇਦਾਰ ਚੜ੍ਹਤ ਸਿੰਘ ਜੀ ਲੜ ਰਹੇ ਸੀ, ਉਹਨੇ ਇੱਕ ਨੇ ਕੋਲੋਂ ਬੋਲ ਦਿੱਤਾ, ਕਹਿ ਦਿੱਤਾ, ਤੂੰ ਜੋ ਕਹਿਤ ਥੋ ਮੈਂ ਲੜੋ
ਜੈ ਹੋਵੇ ਅਹਿਮਦ ਸ਼ਾਹ। ਕਹਿੰਦੇ ਉਹ ਚੜਤ ਸਿੰਘ, ਤੂੰ ਤਾਂ ਕਹਿੰਦਾ ਸੀ ਮੈਂ ਉੱਥੇ ਲੜਾਂਗਾ ਜਿੱਥੇ ਅਹਿਮਦ ਸ਼ਾਹ ਅਬਦਾਲੀ ਹੈ, ਜਿੱਥੇ ਅਬਦਾਲੀ ਆ ਰਿਹਾ ਫੌਜ ਦੇ ਵਿੱਚ, ਮੈਂ ਤਾਂ ਅਬਦਾਲੀ ਨਾਲ ਜਾ ਕੇ ਲੜਾਂਗਾ, ਤੂੰ ਤਾਂ ਇਹ ਕਹਿੰਦਾ ਸੀ। ਚੌਪਈ ਸੋ ਸੁਨ ਚੜਤ ਸਿੰਘ ਗੁੱਸਾ ਖਾਇਆ। ਤੇ ਹੁਣ ਕਿਉਂ ਨਹੀਂ ਜਾ ਕੇ ਅਬਦਾਲੀ ਨਾਲ ਲੜਦਾ? ਇਹ ਸੁਣ ਕੇ ਚੜਤ ਸਿੰਘ ਜੀ ਵੀਰ ਰਸ ਵਿੱਚ ਆ ਗਏ। ਅਹਿਮਦ ਸ਼ਾਹ ਵੱਲ ਘੋੜੋ ਚਲਾਇਆ। ਬਾਕੀ ਫੌਜਾਂ ਅੱਗੇ ਟੁਰੀਆਂ ਜਾਂਦੀਆਂ, ਚੜਤ ਸਿੰਘ ਨੇ ਪਿੱਛੇ ਟੋਰ ਲਿਆ ਘੋੜਾ। ਕਹਿੰਦਾ ਮੈਂ ਹੁਣ ਅਬਦਾਲੀ ਨੂੰ ਲੱਭ ਕੇ ਉਹਦੇ ਨਾਲ ਲੜਾਂਗਾ। ਬਾਬਾ ਚੜਤ ਸਿੰਘ ਜੀ ਸ਼ੁਕਰ ਚੱਕੀਆ, ਉਹ ਕਹਿੰਦੇ ਪਿਛਲੇ ਪਾਸੇ ਨੂੰ ਮੁੜ ਪਏ, ਘੋੜਾ ਲੈ ਕੇ ਅਬਦਾਲੀ ਦੀ ਭਾਲ ਕਰਨ ਲੱਗੇ। ਲੱਭਿਓ ਨ ਟੋਲਤ ਸੋਰਿਓ ਦੂਰ। ਉਹ ਵੇਖਦੇ ਰਹੇ ਆਲੇ ਦੁਆਲੇ, ਨਿਗਾਹ ਮਾਰ ਕੇ ਜਿਹੜੀਆਂ ਤੁਰਕਾਂ ਦੀਆਂ ਫੌਜਾਂ ਆਉਂਦੀਆਂ ਸੀ ਉਹਨਾਂ ਨਾਲ ਲੜਦੇ ਰਹੇ, ਪਰ ਅਬਦਾਲੀ ਕਿੱਥੇ, ਅੱਗੇ ਥੋੜੀ ਸੀ, ਅਬਦਾਲੀ ਤਾਂ ਪਿਛਲੇ ਪਾਸੇ ਸੀ, ਉਹ ਨਜ਼ਰ ਨਹੀਂ ਆਇਆ। ਦਿਸੇ ਨਾ ਦੂਰੋਂ ਉੱਡ ਰਹੀ ਧੂਰ। ਦੂਰੋਂ ਨਜ਼ਰ ਨਹੀਂ ਸੀ ਆਉਂਦਾ, ਕਿਉਂਕਿ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਕੇ ਅਸਮਾਨੀ ਚੜੀ ਹੋਈ ਹੈ। ਫਿਰ ਸਿੰਘ ਟੋਲ ਮੁੜ ਵੜਿਓ ਬਾਹੀਰ। ਵੈਰੀਆਂ ਦੇ ਵਿੱਚੋਂ ਕਈਆਂ ਨੂੰ ਮਾਰ ਝਟਕ ਕੇ ਬਾਬਾ ਚੜਤ ਸਿੰਘ ਜੀ ਸ਼ੁਕਰ ਚੱਕੀਆ ਜੀ ਉਹ ਵਾਪਸ ਮੁੜ ਕੇ ਫਿਰ ਅੱਗੇ ਪੰਥ ਵਿੱਚ ਆ ਰਲੇ। ਤੇਗ ਮਾਰ ਕੱਢੇ ਗਿਲ ਜੇ ਚੀਰ। ਔਰ ਤੇਗਾਂ ਦੇ ਨਾਲ ਵਾਰ ਕਰਕੇ ਅਨੇਕਾਂ ਗਿਲਜੇ ਚੀਰ ਚੀਰ ਕੇ ਸੁੱਟੇ ਨੇ ਚੜਤ ਸਿੰਘ ਨੇ। ਮਾਰਤ ਤੇਗ ਗਇਓ ਥੱਕ ਹਾਥ। ਕਹਿੰਦੇ ਤਲਵਾਰ ਚਲਾਉਂਦਿਆਂ ਚਲਾਉਂਦਿਆਂ ਹੱਥ ਥੱਕ ਗਿਆ, ਹੱਥ ਜਿਹੜਾ ਸੀ ਉਹ ਸੁੰਨ ਹੋ ਗਿਆ, ਕਬਜ਼ਾ ਜਿਹੜਾ ਸੀ ਤਲਵਾਰ ਦਾ ਉਹਦੇ ਵਿੱਚ ਹੱਥ ਕਹਿੰਦੇ ਟੈਟ ਹੋ ਗਿਆ, ਏਦਾਂ ਸਖਤ ਹੋ ਗਿਆ ਸੁੱਜ ਕੇ। ਤੋ ਸਿੰਘ ਜੀ ਲਿਓ ਨੇਜੋ ਚਾਕ। ਫਿਰ ਤਲਵਾਰ ਆਪਣੇ ਮਿਆਨ ਚ ਕਰਕੇ ਨੇਜਾ ਲੈ ਲਿਆ ਚੜਤ ਸਿੰਘ ਨੇ, ਆਪਣਾ ਇੱਕ ਬਰਛਾ ਚੰਗਾ ਨੇਜਾ ਦੂਰ ਤੱਕ ਮਾਰ ਕਰਨ ਵਾਲਾ ਲੈ ਲਿਆ। ਮਾਰਤ ਨੇਜਨ ਫਲ ਟੂਟ ਗਇਓ। ਕਹਿੰਦੇ ਨੇਜਿਆਂ ਨਾਲ ਕਈ ਗਿਲਜੇ ਪਰੋਏ, ਅਖੀਰ ਨੇਜੇ ਦਾ ਜਿਹੜਾ ਫਲ ਸੀ ਉਹ ਟੁੱਟ ਗਿਆ। ਫਿਰ ਸਿੰਘ ਹਾਥ ਰਾਮ ਜੰਗੋ ਲਿਓ। ਚੜਤ ਸਿੰਘ ਜੀ ਨੇ ਫਿਰ ਰਾਮ ਜੰਗਾ ਲਿਆ। ਰਾਮ ਜੰਗਾ ਕਹਿੰਦੇ ਲੰਮੀ ਬੰਦੂਕ ਨੂੰ, ਕਹਿੰਦੇ ਰਾਮ ਜੰਗਾ ਲੰਮੀ ਬੰਦੂਕ ਜਿਹੜੀ ਸੀ ਉਹ ਚੜਤ ਸਿੰਘ ਜੀ ਨੇ ਲਈ। ਥੱਕਿਓ ਘੋੜੋ ਤਬ ਔਰ ਬਦਲਾਇਓ। ਚੜਤ ਸਿੰਘ ਦਾ ਘੋੜਾ ਥੱਕ ਗਿਆ ਤੇ ਦੂਜਾ ਘੋੜਾ ਮੰਗਾ ਲਿਆ। ਲੱਗਿਓ ਜ਼ਖਮ ਖੜ ਸਿੰਘ ਬੰਧਾਇਓ। ਸਰੀਰ ਤੇ ਜ਼ਖਮ ਸੀ, ਚੜਤ ਸਿੰਘ ਨੇ ਉਹ ਜ਼ਖਮ ਆਪਣਾ ਬਣਾਇਆ ਪਹਿਲਾਂ, ਨਾਲ ਨਾਲ ਟੁਰਦਿਆਂ ਟੁਰਦਿਆਂ ਹੀ ਜ਼ਖਮ ਜ਼ਿਆਦਾ ਸੀ, ਉਹਨੂੰ ਕੱਪੜੇ ਦੇ ਨਾਲ ਬੰਨ ਲਿਆ। ਲਈ ਫੌਜ ਸਭ ਆਪਣੀ ਸਾਥ। ਸ਼ੁਕਰ ਚੱਕੀਆਂ ਦੀ ਮਿਸਲ ਦੇ ਜਿਹੜੇ ਸੂਰਮੇ ਸਨ, ਚੜਤ ਸਿੰਘ ਨੇ ਉਹਨਾਂ ਨੂੰ ਆਪਣੇ ਨਾਲ ਲਿਆ। ਬਹੁਤ ਗਿਲਜਨ ਸਿਰ ਮਾਰੇ ਹਾਥ। ਮਾਰ ਮਾਰ ਬੰਦੂਕਾਂ ਦੀਆਂ ਗੋਲੀਆਂ ਗਿਲਜਿਆਂ ਦੇ ਸਿਰ ਭੰਨੇ ਹਨ। ਜਹਾਂ ਬਹੀਰ ਬੋ ਪਰੇ ਪੀਰ। ਜਿੱਥੇ ਵਹੀਰ ਤੇ ਬਹੁਤੀ ਭੀੜ ਪੈਂਦੀ ਹੈ, ਆਪ ਡਏ ਤੈ ਸਿੰਘ ਸਰੀਰ। ਚੜਤ ਸਿੰਘ ਆਪ ਅੱਗੇ ਜਾ ਕੇ ਮੂਹਰੇ ਆਪਣਾ ਸਰੀਰ ਢਾਹ ਕੇ ਲੜਦਾ ਹੈ। ਦੋਹਰਾ ਬੋ ਗਿਲਜਨ ਕੋ ਮਾਰ ਕੇ ਬੋ ਸਿੰਘਨ ਲਏ ਬਚਾਏ। ਏਦਾਂ ਬਹੁਤ ਸਾਰੇ ਗਿਲਜਿਆਂ ਨੂੰ ਮਾਰ ਕੇ ਚੜਤ ਸਿੰਘ ਜੀ ਨੇ ਕਈ ਸਿੰਘਾਂ ਦੀ ਜਾਨ ਬਚਾਈ। ਗਿਲਜਨ ਕੇ ਕੋੜੋ ਲੱਭੇ ਪਾਏ ਦਾਨ ਤੁਰੇ ਚੜਾਏ। ਕਹਿੰਦੇ ਜਿਹੜਾ ਗਿਲਜਿਆਂ ਦਾ ਘੋੜਾ ਕੋਈ ਕਾਬੂ ਆਉਂਦਾ, ਉਹ ਬੜੇ ਬਲੀ ਘੋੜੇ ਸੀ ਗਿਲਜਿਆਂ ਦੇ, ਉਹ ਘੋੜੇ ਕਾਬੂ ਕਰ ਲੈਂਦੇ। ਜਿਹੜਾ ਘੋੜਾ ਚੜਤ ਸਿੰਘ ਦਾ ਆਪਣਾ ਥੱਕ ਜਾਂਦਾ ਉਹਦੇ ਤੇ ਸਵਾਰ ਹੋ ਜਾਂਦੇ ਹਨ। ਚੌਪਈ ਚੜ ਸਿੰਘ ਸਾਥ ਨ ਕਿਸ ਤੇ ਹੋਏ। ਕਹਿੰਦੇ ਚੜਤ ਸਿੰਘ ਇੰਨਾ ਫੁਰਤੀਲਾ, ਇੰਨਾ ਛੋੜਾ, ਲੜਦਿਆਂ ਲੜਦਿਆਂ ਵੇਖਦਿਆਂ ਵੇਖਦਿਆਂ ਇੱਧਰ, ਵੇਖਦਿਆਂ ਵੇਖਦਿਆਂ ਇੱਧਰ, ਨਾਲ ਬਾਕੀ ਦੇ ਸਿੰਘ ਰਲਦੇ ਨਹੀਂ ਹਨ ਚੜਤ ਸਿੰਘ ਦੇ, ਇੰਨਾ ਛੋੜਾ ਹੈ। ਜੋ ਲਲਕਾਰੇ ਤੈਂ ਜਾਏ ਸੋਏ। ਜਿਹੜੇ ਪਾਸਿਓਂ ਵੀ ਲਲਕਾਰਾ ਸੁਣਦਾ ਅਬਦਾਲੀ ਦੇ ਸੂਰਮਿਆਂ ਦਾ, ਚੜਤ ਸਿੰਘ ਮੂਹਰੇ ਜਾ ਕੇ ਛਾਤੀ ਡਾਉਂਦਾ ਹੈ। ਬਹੀਰੇ ਨਾ ਛੋਡੇ ਖੜ ਤੁਰ ਲੜੇ। ਵਹੀਰ ਦਾ ਸਾਥ ਨਹੀਂ ਛੱਡਦਾ ਚੜਤ ਸਿੰਘ। ਵਹੀਰ ਦੇ ਉੱਤੇ ਜਦੋਂ ਦੁਸ਼ਮਣ ਆਉਂਦੇ, ਵਹੀਰ ਨੂੰ ਪਾੜਨਾ ਚਾਹੁੰਦੇ ਆ ਵੀ ਦਲ ਨਾਲੋਂ ਪੰਥ ਨਾਲੋਂ ਵਹੀਰ ਵੱਖਰਾ ਕਰ ਲਈਏ, ਤੇ ਚੜਤ ਸਿੰਘ ਵਹੀਰ ਦੇ ਅੱਗੇ ਹੋ ਕੇ ਕਦੇ ਪਿੱਛੇ ਹੋ ਕੇ ਲੜਦੇ ਨੇ। ਤੁਰੇ ਅੱਗੇ ਕਬ ਪਿੱਛੇ ਮੁੜੇ। ਕਦੇ ਮੂਹਰੇ ਹੋ ਕੇ ਟੁਰਦੇ, ਕਦੇ ਪਿੱਛੇ ਮੁੜ ਪੈਂਦੇ ਹਨ। ਫੌਜ ਛੱਡ ਕਬ ਏਕਲ ਧਾਵੇ। ਕਦੇ ਤੇ ਚੜਤ ਸਿੰਘ ਆਪਣੀ ਫੌਜ ਵੀ ਨਾਲ ਨਹੀਂ ਲੈਂਦੇ, ਇਕੱਲੇ ਹੀ ਦੌੜ ਜਾਂਦੇ, ਰਲਾਉਂਦੇ ਨਹੀਂ ਕਿਸੇ ਨੂੰ, ਆਵਾਜ਼ ਨਹੀਂ ਮਾਰਦੇ ਆਓ ਚੱਲੀਏ।
ਕੱਲੇ ਹੀ ਕਹਿੰਦੇ ਵੈਰੀਆਂ ਦੇ ਉੱਤੇ ਟੁੱਟ ਕੇ ਪੈ ਜਾਂਦੇ ਹਨ। ਮਾਰ ਗਿਲਜਨ ਫਿਰ ਫੌਜੇ ਆਵੇਂ, ਗਿਲਜਿਆਂ ਨੂੰ ਮਾਰਦੇ ਨੇ, ਹੋਰ ਫੌਜਾਂ ਪਿੱਛੇ ਆ ਜਾਂਦੀਆਂ ਨੇ। ਨਿਜੇ ਫੌਜ ਬੋ ਜੋਖੋ ਖਾਵੇਂ, ਔਰ ਕਹਿੰਦੇ ਆਪਣੀ ਫੌਜ ਦੇ ਸਮੇਤ ਚੜਤ ਸਿੰਘ ਜੀ ਜ਼ਖਮ ਝੱਲਦੇ ਸਰੀਰ ਤੇ। ਫੱਟੇ ਗਿਰੇ ਕਿਸ ਬੇਲੇ ਪਾਵੇਂ, ਕਹਿੰਦੇ ਜਿਹੜਾ ਕੋਈ ਫਟਿਆ ਯਾਨੀ ਕਿ ਜ਼ਖਮੀ ਹੁੰਦਾ, ਰਸਤੇ 'ਚ ਕੋਈ ਪੜਾਅ ਵੇਖਦੇ ਆ, ਜੰਗਲ ਵੇਖਦੇ, ਝਾੜ ਵਗੈਰਾ, ਉੱਥੇ ਸਿੰਘਾਂ ਨੂੰ ਛੱਡ ਜਾਂਦੇ ਆ ਕਿ ਚਲੋ ਜ਼ਖਮੀ ਨੇ, ਜੇ ਬਚੇ ਰਹੇ ਸਾਬਤ ਰਹੇ ਫਿਰ ਆ ਰਲਣਗੇ। ਕਈਨ ਕੋ ਗਏ ਅੱਗੇ ਚਲਾਵੇ, ਕਈਆਂ ਨੂੰ ਪਕੜ ਕੇ ਜਿਹੜੇ ਜ਼ਿਆਦਾ ਜ਼ਖਮੀ ਹਾਲਤ ਵਿੱਚ ਹੁੰਦੇ ਉਹਨਾਂ ਨੂੰ ਚੁੱਕ ਕੇ ਕਿਸੇ ਤਰੀਕੇ ਗੱਡਿਆਂ ਆਦਿਕ 'ਚ ਪਾ ਕੇ ਅੱਗੇ ਟੋਰਦੇ ਹਨ। ਕਈਨ ਕੋ ਨਿਜ ਕੋਤਲ ਚਲਾਵੇ, ਕਈਆਂ ਨੂੰ ਆਪਣੇ ਘੋੜਿਆਂ ਨੂੰ ਦੇ ਕੇ ਭੇਜ ਦਿੰਦੇ। ਜਿਹੜਾ ਆਪਣੇ 'ਚ ਘੋੜਾ ਹੁੰਦਾ ਕਹਿੰਦੇ ਚੜ੍ਹਤ ਸਿੰਘ ਜੀ ਕਹਿੰਦੇ ਇਹਨੂੰ ਇਹਦੇ ਤੇ ਬਹਾ ਦਿਓ। ਆ ਪਿੱਛੇ ਕੋਈ ਅਬਦਾਲੀ ਦੇ ਸੂਰਮੇ ਦਾ ਦੂਜਾ ਘੋੜਾ ਆਉਂਦਾ, ਉਹਨੂੰ ਮਾਰ ਕੇ ਉਹਦਾ ਲੈ ਲੈਂਦੇ ਆ। ਏਦਾਂ ਚੜ੍ਹਤ ਸਿੰਘ ਜੀ ਲੜਦੇ ਹਨ। ਇਮ ਬਹੀਰੀਅਨ ਕਰੇ ਨਿਬਾਹ, ਏਦਾਂ ਜਿਹੜਾ ਵਹੀਰ ਹੈ ਪੰਥ ਦਾ, ਉਸ ਵਹੀਰ ਦੇ ਨਾਲ ਚੜ੍ਹਤ ਸਿੰਘ ਜੀ ਪੂਰਨ ਤੌਰ ਤੇ ਉਹਨਾਂ ਦੇ ਬਚਾਅ ਲਈ ਲੜ ਰਹੇ ਨੇ। ਬਹੁਤ ਲੋਕ ਇਮ ਦਏ ਬਚਾਏ, ਏਦਾਂ ਬਹੁਤ ਸਾਰੇ ਸੰਗਤ ਦੇ ਜਿਹੜੇ ਵਹੀਰ ਦੇ ਵਿੱਚ, ਕਿਉਂਕਿ ਵਹੀਰ ਦੇ ਵਿੱਚ ਤਾਂ ਜਿਹੜੇ ਭਾਰ ਬਰਦਾਰੀ ਹੁੰਦੇ ਆ, ਭਾਰ ਚੁੱਕਣ ਵਾਲੇ ਵੀ ਨੇ, ਉਹਦੇ ਵਿੱਚ ਬਹੁਤੇ ਲੜਨ ਵਾਲੇ ਘੱਟ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਮਾਈਆਂ ਬੀਬੀਆਂ ਵੀ ਨੇ। ਉਹਨਾਂ ਨੂੰ ਬਚਾਉਣ ਵਾਸਤੇ ਚੜ੍ਹਤ ਸਿੰਘ ਜੀ ਲੜਦੇ ਤੇ ਉਹਨਾਂ ਨੂੰ ਬਚਾਉਂਦੇ ਨੇ, ਬਹੁਤੇ ਬਚਾਏ ਹਨ। ਦੌੜ ਗਿਲਜਨ ਪਰ ਇਹ ਸਿੰਘ ਕਰੇ, ਔਰ ਦੌੜ ਕੇ ਗਿਲਜਿਆਂ ਦੇ ਉੱਤੇ ਹੱਲਾ ਬੋਲਦੇ ਚੜ੍ਹਤ ਸਿੰਘ ਜੀ। ਜਨ ਕੂੰਜਨ ਪੈ ਬੈਰੀ ਪਰੇ, ਜਿਵੇਂ ਕਿਸੇ ਕੂੰਜ ਦੇ ਉੱਤੇ ਬਹਿਰੀ ਟੁੱਟ ਕੇ ਪੈਂਦੀ ਆ, ਬਾਜ ਟੁੱਟ ਕੇ ਪੈਂਦਾ। ਕਿਸੇ ਇੱਕ ਕਿਸੇ ਦੋਏ ਸੱਟ ਲਾਵੇ, ਕਿਸੇ ਨੂੰ ਇੱਕ ਕਿਸੇ ਨੂੰ ਦੋ ਫੱਟ ਲਾ ਕੇ ਆਉਂਦੇ ਚੜ੍ਹਤ ਸਿੰਘ ਜੀ। ਇਤ ਤੇ ਉਤ, ਉਤ ਤੇ ਇਤ ਤਾਵੇ, ਵੇਖਦਿਆਂ ਇਧਰੋਂ ਉਧਰ, ਉਧਰੋਂ ਇਧਰ ਲੜਦੇ ਹਨ। ਦੋਹਰਾ ਗੰਗੇਰੀ ਜਿਮ ਘੋੜੇ ਘੁੰਮੇ, ਵੜ ਬਿਜੁਲ ਜਿਮ ਦਲ ਆਪ। ਕਹਿੰਦੇ ਇੱਕ ਗੰਗੇਰੀ ਹੁੰਦੀ, ਉਹਨੂੰ ਜਲ ਜੁਲਾ ਵੀ ਕਹਿੰਦੇ ਨੇ, ਮੱਕੜੀ ਵਰਗਾ ਇੱਕ ਜੀਵ ਹੁੰਦਾ, ਉਹ ਪਾਣੀ ਦੇ ਉੱਤੇ ਦੌੜਦਾ ਹੈ, ਪਾਣੀ ਛੂੰਹਦਾ ਨਹੀਂ ਉਹਨੂੰ, ਪਾਣੀ ਦੇ ਉੱਤੇ ਤਾਂ ਸੱਜੇ ਖੱਬੇ ਦੌੜੀ ਜਾਂਦਾ, ਪਰ ਉਹ ਪਾਣੀ ਵਿੱਚ ਡੁੱਬਦਾ ਨਹੀਂ ਹੈ, ਪਾਣੀ ਦੇ ਉੱਤੇ ਤਰੀ ਜਾਂਦਾ। ਕਹਿੰਦੇ ਚੜ੍ਹਤ ਸਿੰਘ ਉਹਦੇ ਵਾਂਗੂ ਨਾ, ਉਹ ਗੰਗੇਰੀ ਵਾਂਗੂ ਉੱਤੇ ਉੱਤੇ ਜੰਗ ਦੇ ਮੈਦਾਨ 'ਚ ਏਦਾਂ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਵੈਰੀ ਨਾਲ ਲੜਦਿਆਂ ਭਿੜਦਿਆਂ ਬੜੀ ਫੁਰਤੀ ਦੇ ਨਾਲ ਫਿਰਦੇ ਹਨ। ਚੜ੍ਹਤ ਸਿੰਘ ਗਿਲਜਨ ਇਮ ਕਟੇ, ਪੁਨ ਕਟੇ ਜਿਮ ਪਾਪ। ਜਥੇਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਗਿਲਜਿਆਂ ਨੂੰ ਏਦਾਂ ਟੋਟੇ ਟੋਟੇ ਕਰਕੇ ਕੱਟਦੇ ਐ, ਕਹਿੰਦੇ ਜਿਵੇਂ ਪੁੰਨ ਪਾਪਾਂ ਨੂੰ ਕੱਟਦੇ ਹਨ। ਪੁੰਨ ਪਾਪਾਂ ਨੂੰ ਕੱਟਦਿਆਂ ਦੇਰੀ ਨਹੀਂ ਨਾ ਲਾਉਂਦੇ, ਕਹਿੰਦੇ ਜਿਵੇਂ ਪੁੰਨ ਪਾਪਾਂ ਨੂੰ ਕੱਟਦੇ ਐ, ਏਦਾਂ ਚੜ੍ਹਤ ਸਿੰਘ ਜੀ ਗਿਲਜਿਆਂ ਨੂੰ ਕੱਟਦੇ ਹਨ। ਚੋਪਈ ਬਹੀਰ ਛੱਡ ਸਿੰਘ ਦੂਰ ਨ ਜਾਵੇ, ਚੜ੍ਹਤ ਸਿੰਘ ਜੀ ਵਹੀਰ ਨੂੰ ਛੱਡ ਕੇ ਦੂਰ ਨਹੀਂ ਜਾਂਦੇ, ਵਹੀਰ ਦੇ ਆਲੇ ਦੁਆਲੇ ਫਿਰਦੇ ਹਨ। ਆਪ ਫਤਿਹ ਔਰ ਬਹੀਰ ਬਚਾਵੇ, ਆਪ ਫਤਿਹ ਲੈਂਦੇ ਆ ਤੇ ਵਹੀਰ ਬਚਾਉਂਦੇ ਹਨ। ਲੋਹੂ ਰੰਗ ਸਭ ਕੱਪੜੇ ਪਏ, ਚੜ੍ਹਤ ਸਿੰਘ ਦੇ ਸਰੀਰ ਦੇ ਸਾਰੇ ਕੱਪੜੇ ਲਹੂ ਨਾਲ ਭਿੱਜ ਗਏ ਹਨ। ਖੇਲ ਫਾਗ ਜਨ ਰੰਗ ਰੰਗਏ, ਮੰਨ ਲਓ ਜਿਵੇਂ ਕੋਈ ਹੋਲੀ ਖੇਡਦਾ ਤੇ ਪਿਚਕਾਰੀਆਂ ਭਰ ਕੇ ਰੰਗ ਦੀਆਂ ਪਾਈਆਂ ਹੁੰਦੀਆਂ ਸਰੀਰ ਤੇ, ਏਦਾਂ ਚੜ੍ਹਤ ਸਿੰਘ ਦਾ ਸਰੀਰ ਖੂਨ ਨਾਲ ਭਿੱਜਾ ਹੈ। ਪੰਜ ਘੋੜੇ ਨਿਜ ਕੋਤਲ ਰਖਾਏ, ਪੰਜ ਘੋੜੇ ਆਪਣੇ ਕੋਲ ਰੱਖੇ ਨੇ ਬਾਬਾ ਚੜ੍ਹਤ ਸਿੰਘ ਨੇ। ਛੋੜ ਏਕ ਕੋ ਔਰ ਚੜ੍ਹਤਾਏ, ਇੱਕ ਘੋੜਾ ਥੱਕ ਜਾਂਦਾ ਛੱਡ ਕੇ ਦੂਜੇ ਤੇ ਚੜ੍ਹ ਜਾਂਦੇ ਹਨ। ਸ਼ਸਤਰ ਚੜ੍ਹਤ ਸਿੰਘ ਬੋਤੇ ਖਾਏ, ਬਹੁਤ ਸਾਰੇ ਫੱਟ ਚੜ੍ਹਤ ਸਿੰਘ ਜੀ ਨੇ ਆਪਣੇ ਸਰੀਰ ਤੇ ਖਾਧੇ। ਦੇਖ ਨ ਉਧਰੇ ਫੇਰ ਲੜਾਏ, ਪਰ ਸਰੀਰ ਦੇ ਜ਼ਖਮ ਵੇਖ ਕੇ ਉਧਰੇ ਨਹੀਂ, ਪਰੇਸ਼ਾਨ ਨਹੀਂ ਹੋਏ, ਸਗੋਂ ਹੋਰ ਬਹਾਦਰੀ ਨਾਲ ਲੜਦੇ ਹਨ। ਆਗੇ ਹੋਏ ਹੋਏ ਬੰਦੂਕ ਚਲਾਏ, ਅੱਗੇ ਮੂਹਰੇ ਹੋ ਕੇ ਚੜ੍ਹਤ ਸਿੰਘ ਜੀ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ। ਇੱਕ ਕੋ ਮਾਰ ਦੂਏ ਤਨ ਲਾਏ, ਇੱਕ ਨੂੰ ਮਾਰ ਕੇ ਦੂਜੇ ਦੇ ਤਨ ਤੇ ਗੋਲੀ ਮਾਰਦੇ ਹਨ। ਉਹ ਬੰਦੂਕ ਜਬ ਖਾਲੀ ਹੋਏ, ਕਹਿੰਦੇ ਇੱਕ ਬੰਦੂਕ ਜਦੋਂ ਖਾਲੀ ਹੋ ਜਾਂਦੀ ਹੈ, ਲਏ ਔਰ ਕੇ ਹੱਥ ਤੇ ਖੋਏ, ਤੇ ਨਾਲ ਹੀ ਕਹਿੰਦੇ ਹੋਰ ਦੇ ਹੱਥੋਂ ਦੂਜੇ ਦੀ ਬੰਦੂਕ ਖੋਹ ਲੈਂਦੇ ਹਨ।
ਬੰਦੂਕੀ ਦਲ ਮੈਂ ਅਢਾਈ ਬਤਾਵੇਂ। ਕਹਿੰਦੇ ਬੰਦੂਕ ਚਲਾਣ ਵਿੱਚ ਚੜ੍ਹਤ ਸਿੰਘ ਦਾ ਕੋਈ ਸਾਨੀ ਨਹੀਂ ਸੀ ਗੋਲੀ ਚਲਾਣ 'ਚ। ਕਹਿੰਦੇ ਸਾਰੇ ਪੰਥ ਦੇ ਵਿੱਚ 2.5 ਬੰਦੂਕਚੀਏ ਕਹੇ ਨੇ। ਅਢਾਈ ਦਾ ਮਤਲਬ 2.5, ਇੱਕ ਅੱਧਾ 2 ਸਾਬਤ। ਕਹਿੰਦੇ ਸਾਰੇ ਪੰਥ ਦੇ ਵਿੱਚ ਕੇਵਲ 2.5 ਬੰਦੂਕਚੀ ਕਹੇ ਹਨ। ਇੱਕ ਚੜਤ ਸਿੰਘ ਦੋਇਓ ਸਭ ਦਲ ਅਗਵਾਏ। ਕਹਿੰਦੇ ਇੱਕ ਤਾਂ ਚੜ੍ਹਤ ਸਿੰਘ ਕੱਲਾ ਹੋ ਗਿਆ, ਇੱਕ ਦੂਜਾ ਸਾਰਾ ਦਲ ਜਿੰਨਾ ਪੰਥ ਹੈ ਉਹ ਕਹਿੰਦੇ 2 ਹੋ ਗਏ। ਹੁਣ ਅੱਧਾ ਹੋਰ ਜਿਹੜਾ ਉੱਪਰਲਾ ਦੱਸਦੇ ਨੇ। ਔਰ ਬੰਦੂਕੀ ਵੱਡੋ ਅਖਾਵੇ। ਜਿਹੜੇ ਦਲ ਵਿੱਚ ਹੋਰ ਬੰਦੂਕਚੀ ਸਿੰਘ ਕਹਾਉਂਦੇ ਵੱਡੇ ਵੀ ਅਸੀਂ ਬੰਦੂਕਚੀ ਹਾਂ, ਚੜਤ ਸਿੰਘ ਆਗੇ ਅਦੋ ਬਤਾਵੇ। ਉਹ ਚੜ੍ਹਤ ਸਿੰਘ ਦੇ ਸਾਹਮਣੇ ਅੱਧੇ ਨੇ। ਆਖੋ ਸਤਿਨਾਮ ਸ੍ਰੀ ਵਾਹ। ਏਦਾਂ 2.5 ਬੰਦੂਕਚੀ ਹੋ ਗਏ। ਕਹਿੰਦਾ ਸਮੁੱਚੇ ਪੰਥ ਵਿੱਚ 2.5 ਬੰਦੂਕਚੀ ਕਹੇ ਜਾਂਦੇ। ਇੱਕ ਪੂਰਾ ਚੜ੍ਹਤ ਸਿੰਘ ਕੱਲਾ ਹੀ। 5 ਬੰਦੂਕਾਂ ਤਿਆਰ ਕਰਨ ਵਾਲੇ ਬੰਦੇ ਸੀ ਨਾਲ। ਉਹ ਬੰਦੂਕ ਭਰਦੇ, ਚੜ੍ਹਤ ਸਿੰਘ ਲੈਂਦਾ ਚਲਾ ਦਿੰਦਾ, ਫਿਰ ਦੂਜੇ ਕੋਲੋਂ ਲੈਂਦੇ, ਫਿਰ ਉਹ ਚਲਾ ਦਿੰਦੇ। ਨਿਸ਼ਾਨਾ ਇੰਨਾ ਪੱਕਾ ਸੀ ਕਿ ਜਿਹੜੀ ਗੋਲੀ ਜਾਂਦੀ ਸੀ ਇੱਕ ਨੂੰ ਜਾਂ ਦੋਹਾਂ ਨੂੰ ਵਿੰਨ ਕੇ ਮਾਰ ਕੇ ਜ਼ਖਮੀ ਕਰਦੀ ਸੀ ਜਾਂ ਪਾਰ ਹੀ ਬੁਲਾਉਂਦੀ ਸੀ। ਇਸ ਕਰਕੇ ਕਹਿੰਦੇ 2.5 ਬੰਦੂਕਚੀ ਨੇ ਪੰਥ ਵਿੱਚ। ਇੱਕ ਚੜ੍ਹਤ ਸਿੰਘ ਪੂਰਾ, ਦੂਜਾ ਸਾਰਾ ਪੰਥ, ਤੀਜਾ ਜਿਹੜਾ ਕੋਈ ਪੰਥ ਵਿੱਚ ਹੋਰ ਬੰਦੂਕਚੀ ਹੈ ਉਹ ਚੜ੍ਹਤ ਸਿੰਘ ਦੇ ਸਾਹਮਣੇ ਅੱਧਾ ਬੰਦੂਕਚੀ ਕਿਹਾ ਜਾਏਗਾ। ਦੋਹਰਾ ਬੰਦੂਕ ਸਰਦਾਰ ਚੜਤ ਸਿੰਘ ਕੀਓ ਜਗ ਮੈਂ ਮਸ਼ਹੂਰ। ਕਹਿੰਦੇ ਇਸ ਜਗਤ ਦੇ ਵਿੱਚ ਜਥੇਦਾਰ ਚੜਤ ਸਿੰਘ ਸ਼ੁਕਰ ਚੱਕੀਏ ਦੀ ਬੰਦੂਕ ਮਸ਼ਹੂਰ ਹੈ ਕਿ ਚੜਤ ਸਿੰਘ ਵਰਗਾ ਬੰਦੂਕਚੀ ਸੰਸਾਰ ਵਿੱਚ ਦੂਜਾ ਕੋਈ ਨਹੀਂ। ਖਾਲਸਾ ਜੀ, ਖਾਲਸੇ ਦੇ ਕੋਲ ਜਿਹੜੀ ਬੰਦੂਕ ਚਲਾਉਣ ਦੀ ਵਿਦਿਆ ਨਾ, ਨਿਸ਼ਾਨਾ ਸਾਧਣ ਦੀ, ਇਸ ਨਿਸ਼ਾਨਾ ਸਾਧਣ ਦੀ ਵਿਦਿਆ ਨੂੰ ਅੰਗਰੇਜ਼ ਵੀ ਮੰਨਦੇ ਸੀ, ਤੁਰਕ ਵੀ ਮੰਨਦੇ ਸੀ। ਜਿਨ੍ਹਾਂ ਨਾਲ ਖਾਲਸੇ ਦੇ ਜੰਗ ਹੋਏ ਨੇ, ਚਾਹੇ ਉਹ ਮਰਹੱਟੇ ਸਨ, ਚਾਹੇ ਉਹ ਅੰਗਰੇਜ਼ ਨੇ, ਚਾਹੇ ਉਹ ਤੁਰਕ ਨੇ, ਜਿੱਥੇ ਜਿੱਥੇ ਵੀ ਜੰਗ ਹੋਈ, ਚਾਹੇ ਉਹ ਪਹਾੜੀਆਂ ਨਾਲ ਹੋਈ, ਖਾਲਸੇ ਦੇ ਨਿਸ਼ਾਨੇ ਨੂੰ ਉਹ ਮੰਨਦੇ ਸਨ। ਉਹਦਾ ਕਾਰਨ ਕੀ ਸੀ ਕਿ ਸਿੰਘਾਂ ਦੇ ਨਿਸ਼ਾਨੇ ਇੰਨੇ ਪੱਕੇ ਸਨ। ਘੋੜੇ ਤੇ ਚੜੇ ਜਾਂਦਿਆਂ ਨਿਸ਼ਾਨਾ ਪੱਕਾ। ਆਵਾਜ਼ ਸੁਣਦੇ ਹਨੇਰੇ ਵਿੱਚ ਗੋਲੀ ਚਲਾਉਂਦੇ, ਜਿੱਥੋਂ ਆਵਾਜ਼ ਆਉਂਦੀ ਉੱਥੇ ਜਾ ਕੇ ਗੋਲੀ ਵਿੰਨ ਦਿੰਦੀ। ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਸੀ ਕਿ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਸਾਧਨਾ ਕਰਦੇ ਸੀ, ਧਿਆਨ ਸਾਧਨਾ ਵਿੱਚ, ਸਿਮਰਨ ਵਿੱਚ ਬੈਠਦੇ ਸਨ ਤੇ ਬੰਦੂਕ ਚਲਾਉਣ ਵਿੱਚ ਨਿਸ਼ਾਨਾ ਉਸੇ ਦਾ ਪੱਕਾ ਹੁੰਦਾ ਜਿਹਦਾ ਧਿਆਨ ਇਕਾਗਰ ਹੋਵੇ। ਜਿੰਨਾ ਕਿਸੇ ਦਾ ਵੱਧ ਧਿਆਨ ਇਕਾਗਰ ਹੋਵੇਗਾ, ਨਿਸ਼ਾਨਚੀ ਉਨਾ ਹੀ ਕਾਮਯਾਬ ਹੋਵੇਗਾ। ਜੇ ਧਿਆਨ ਇਕਾਗਰ ਨਹੀਂ ਤੇ ਨਿਸ਼ਾਨਾ ਨਹੀਂ ਸੇਧ ਸਕਦਾ। ਇਸ ਕਰਕੇ ਖਾਲਸੇ ਦੇ ਵਰਗਾ ਕੋਈ ਨਿਸ਼ਾਨਚੀ ਨਹੀਂ ਸੀ, ਬੰਦੂਕ ਵਿੱਚ ਵੀ ਤੇ ਤੀਰ ਵਿਦਿਆ ਦੇ ਵਿੱਚ ਵੀ। ਤੋ ਚੜ੍ਹਤ ਸਿੰਘ ਜਦੋਂ ਬੰਦੂਕਚੀਆਂ ਦੀ ਗੱਲ ਹੁੰਦੀ ਹੈ ਤੇ ਕਹਿੰਦੇ ਸੰਸਾਰ ਦੇ ਵਿੱਚ ਚੜ੍ਹਤ ਸਿੰਘ ਵਰਗਾ ਕੋਈ ਦੂਜਾ ਬੰਦੂਕਚੀ ਨਹੀਂ। ਜੈਸੇ ਮਾਰੇ ਨੇੜਿਓਂ ਤੈਸੇ ਮਾਰੇ ਦੂਰ। ਕਹਿੰਦੇ ਚੜ੍ਹਤ ਸਿੰਘ ਜੀ ਇਹੋ ਜਿਹੇ ਬੰਦੂਕਚੀ ਸਨ ਕਿ ਜਿਵੇਂ ਥੋੜੀ ਜਿਹੀ ਨੇੜਿਓਂ ਮਾਰਨਾ, ਜਿਵੇਂ 5-7 ਗਜ ਤੇ ਮਾਰਨੀ ਗੋਲੀ, 5-4 ਗਜ ਤੇ ਤਾਂ ਸਾਰੇ ਹੀ ਲਾ ਲੈਂਦੇ ਆ ਨਿਸ਼ਾਨਾ। ਕਹਿੰਦੇ ਜਿੰਨਾ 5-7-10 ਗਜ ਤੇ ਗੋਲੀ ਮਾਰ ਕੇ ਨਿਸ਼ਾਨਾ ਲਾਣਾ, ਓਨਾ ਹੀ ਜੇ ਮੰਨ ਲਓ 100 ਗਜ ਦੇ ਉੱਤੇ, 200 ਗਜ ਦੇ ਉੱਤੇ, 300 ਗਜ ਤੇ ਵੀ ਗੋਲੀ ਚਲਾਉਣੀ ਹੈ, ਓਨਾ ਹੀ ਉਹਨਾਂ ਵਾਸਤੇ। ਇਹ ਨਹੀਂ ਵੀ ਨੇੜੇ ਜਿੰਨਾ ਨਿਸ਼ਾਨਾ ਲਾਉਂਦੇ ਓਨਾ ਹੀ ਦੂਰ ਵਿੱਚ ਉਹਨਾਂ ਵਿੱਚ ਉਹ ਸક્ષਮ ਨੇ। ਇਹ ਨਹੀਂ ਵੀ ਦੂਰ ਦੇ ਵਿੱਚ ਨਿਸ਼ਾਨਾ ਲਾਉਣ ਵਿੱਚ ਵਿਦਿਆ ਘੱਟ, ਬਰਾਬਰ ਹੀ ਹੈ। ਯਾਨੀ ਕਿ ਨਿਸ਼ਾਨਾ ਖੁੰਝਦਾ ਨਹੀਂ ਚੜ੍ਹਤ ਸਿੰਘ ਦਾ। ਤੁਰਤ ਫੁਰਤ ਲਰਤੇ ਮਰਤੇ ਬਹੀਰ ਗਇਓ ਕੋ ਔਰ। ਤੁਰਤ ਫੁਰਤ ਲੜਦਿਆਂ ਮਰਦਿਆਂ ਵਹੀਰ ਦੂਰ ਤੱਕ ਚਲਾ ਗਿਆ। ਤੋ ਫਿਰ ਅਹਿਮਦ ਸ਼ਾਹ ਨਿਜ ਕਰ ਪਰਿਓ ਸਿੰਘਨ ਪਰ ਤੋਰ। ਅਬਦਾਲੀ ਨੂੰ ਵੀ ਜੋਸ਼ ਆਇਆ, ਕਹਿੰਦਾ ਹੁਣ ਮੈਂ ਆਪ ਖੁਦ ਹਮਲਾ ਕਰਾਂ। ਇਹ ਜੋਸ਼ ਦੇ ਨਾਲ ਸਿੰਘਾਂ ਤੇ ਪਿਆ। ਚੋਪਈ
ਜ਼ੋਰ ਪਾਏ ਸਿੰਘ ਫੌਜ ਨਿਕਾਰੀ, ਜ਼ੋਰ ਪਾ ਕੇ ਸਿੰਘਾਂ ਦੀ ਫੌਜ ਕੱਢੀ, ਘੇਰਿਓ ਬਾਈਰ ਬੋ ਤੁਮਨ ਭਾਰੀ, ਔਰ ਵੱਡੇ ਜਥੇ ਨੇ ਆ ਕੇ ਅਬਦਾਲੀ ਦੇ ਨੇ ਵਹੀਰ ਘੇਰ ਲਿਆ ਪੰਥ ਦਾ। ਤਿਨ ਮੈਂ ਗ੍ਰੰਥ ਤੁਰਤ ਥੇ ਦੋਏ, ਇਹਦੇ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੀ ਦਲ ਪੰਥ ਦੇ ਨਾਲ। ਇੱਕ ਅੰਮ੍ਰਿਤ ਸਰੀਏ ਦਮ ਦਮੀਏ ਜੋਏ, ਇਹਦੇ ਦੋ ਹੀ ਜਥੇ ਸੀ, ਇੱਕ ਅੰਮ੍ਰਿਤ ਸਰੀਆਂ ਦਾ ਜਥਾ, ਇੱਕ ਦਮਦਮੀਆਂ ਦਾ। ਇਹ ਕਿਹੜੇ ਸਨ? ਇਹ ਦੋ ਟਕਸਾਲਾਂ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੀ, ਇੱਕ ਦਮਦਮਾ ਸਾਹਿਬ ਤੋਂ ਚੱਲੀ। ਅੰਮ੍ਰਿਤਸਰ ਸਾਹਿਬ ਦੀ ਜਿਹੜੀ ਟਕਸਾਲ ਆ ਸੱਤੋ ਵਾਲੀ ਗਲੀ ਕਰਕੇ ਮਸ਼ਹੂਰ ਹੈ, ਪ੍ਰਸਿੱਧ ਹੈ, ਭਾਈ ਮਨੀ ਸਿੰਘ ਸਾਹਿਬ ਤੋਂ ਚੱਲੀ ਹੈ। ਦਮਦਮੀ ਟਕਸਾਲ ਜੋ ਦਮਦਮਾ ਸਾਹਿਬ ਤੋਂ ਚੱਲੀ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਚੱਲੀ ਹੈ। ਕਹਿੰਦੇ ਦੋ ਜਥੇ ਸਨ, ਇੱਕ ਅੰਮ੍ਰਿਤਸਰੀਆਂ ਦਾ, ਇਹ ਗਿਆਨੀ ਸਿੰਘ ਸੀ ਸਾਰੇ। ਟਕਸਾਲਾਂ ਦਾ ਕੰਮ ਸੀ ਵਿਦਿਆ ਪੜਾਉਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦੀ, ਇਤਿਹਾਸ ਦੇ ਗ੍ਰੰਥ, ਭਾਈ ਗੁਰਦਾਸ ਜੀ ਦੀਆਂ ਵਾਰਾਂ ਗਿਆਨੀ ਸਿੰਘ ਬਣਾਉਂਦੇ। ਗੁਰੂ ਸਾਹਿਬ ਜੀ ਦੇ ਪੰਥ ਦੀ ਜਾਣਕਾਰੀ, ਇਤਿਹਾਸ ਪੜਾਉਣਾ, ਜਿਹੜੀ ਵਿਦਿਆ ਪੜਾਉਣ ਦਾ ਜਿੰਮਾ ਸੀ ਇਹ ਦੋਨਾਂ ਟਕਸਾਲਾਂ ਦੇ ਕੋਲ ਸੀ। ਇਸ ਕਰਕੇ ਬਹੁਤ ਸਾਰੇ ਵਿਦਿਆਰਥੀ ਸਨ। ਗਿਆਨੀ ਸਿੰਘ ਜਿਹੜੇ ਉਹ ਵਹੀਰ ਦੇ ਵਿੱਚ ਸੀ, ਹੈਣ ਤਾਂ ਸ਼ਸਤਰਧਾਰੀ ਸਨ ਉਹ, ਪਰ ਲੜਨ ਵੜਨ ਵਾਲੇ ਜਿਹੜੇ ਸੂਰਮੇ ਸਨ ਉਹ ਬਾਹਰ ਮਿਸਲਾਂ ਵਾਲੇ ਸੀ। ਤੋ ਅੰਮ੍ਰਿਤਸਰੀਆਂ ਦਾ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਟਕਸਾਲ ਤੇ ਦੂਜੀ ਦਮਦਮੀ ਟਕਸਾਲ, ਘੇਰ ਲਿਓ ਤਿੰਨ ਅੱਗਿਓਂ ਆਏ, ਅਬਦਾਲੀ ਨੇ ਆ ਕੇ ਇਹਨਾਂ ਨੂੰ ਅੱਗੋਂ ਆ ਕੇ ਘੇਰ ਲਿਆ। ਅਬਦਾਲੀ ਦੀ ਜਿਹੜੀ ਫੌਜ ਸੀ 12,000 ਦੀ ਗਿਣਤੀ ਦਾ ਇੱਕੋ ਜਥਾ, ਉਹ ਅੱਗੇ ਵਹੀਰ ਦੇ ਉੱਤੇ ਇਹਨਾਂ ਦੇ ਉੱਤੇ ਆਣ ਪਿਆ। ਜੁਦੈ ਜੁਦੈ ਤੇ ਦਏ ਕਰਾਏ, ਕਹਿੰਦੇ ਇੱਕ ਵਾਰੀ ਪਾੜ ਦਿੱਤਾ ਸਾਰਿਆਂ ਨੂੰ ਵਿੱਚੋਂ। ਵਹੀਰ ਜਿਹੜਾ ਪਹਿਲਾਂ ਇਕੱਠਾ ਜਾ ਹੋ ਕੇ ਜਾ ਰਿਹਾ ਸੀ ਨਾ, ਵਿਚਕਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਦੋਵੇਂ, ਦਸਵੇਂ ਪਾਤਸ਼ਾਹ ਜੀ ਦਾ ਪਾਵਨ ਗ੍ਰੰਥ ਸੀ। ਉਸ ਤੋਂ ਬਾਹਰ ਫਿਰ ਬੱਚੇ, ਫਿਰ ਮਾਈਆਂ, ਫਿਰ ਬਜ਼ੁਰਗ, ਫਿਰ ਉਹ ਜਿਹੜੇ ਗਿਆਨੀ ਸਿੰਘ ਸਨ ਸਾਰੇ, ਗ੍ਰੰਥੀ ਸਿੰਘ ਸਨ ਸਾਰੇ, ਉਹ ਫਿਰ ਬਾਹਰ ਦੂਜੇ ਪਾਸੇ ਪੰਥ ਦੇ ਸੂ। ਇਦਾਂ ਗੋਲਾਕਾਰ ਬਣਾਇਆ ਹੋਇਆ ਸੀ। ਇਹਨੇ ਵਹੀਰ ਤੇ ਜਦੋਂ ਹਮਲਾ ਕੀਤਾ ਤੇ ਤਕਰੀਬਨ ਵਿੱਚੋਂ ਸਾਰੇ ਵਹੀਰ ਨੂੰ ਪਾੜ ਕੇ ਦੋ ਹਿੱਸਿਆਂ 'ਚ ਵੰਡ ਦਿੱਤਾ। ਧਰ ਗ੍ਰੰਥ ਤੈਂ ਲੜੇ ਮਜੈਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਹ ਕਿਸੇ ਤਰੀਕੇ ਉੱਥੇ ਸੰਭਾਲ ਕੇ, ਕਹਿੰਦੇ ਬੜੀ ਬਹਾਦਰੀ ਦੇ ਨਾਲ ਅੰਮ੍ਰਿਤਸਰ ਸਾਹਿਬ ਦਾ ਜਿਹੜੀ ਟਕਸਾਲ ਸੀ ਜਥੇ ਦੇ ਸਿੰਘ ਸਨ, ਇਧਰ ਦਮਦਮੀ ਟਕਸਾਲ ਦੇ ਜਥੇ ਦੇ ਜਿਹੜੇ ਸਿੰਘ ਸਨ, ਇਹ ਬੜੀ ਬਹਾਦਰੀ ਨਾਲ ਲੜੇ। ਰਖਤ ਹੁਤੇ ਤੇ ਸ਼ਸਤਰ ਗੈਲ, ਕਿਉਂਕਿ ਜੇ ਗਿਆਨੀ ਸਿੰਘ ਸੀ ਨਾਲ ਸ਼ਸਤਰ ਵੀ ਰੱਖਦੇ ਸਨ, ਸ਼ਸਤਰ ਲੈ ਕੇ ਬਹਾਦਰੀ ਨਾਲ ਖੂਬ ਲੜੇ। ਘੜੀ ਕੂ ਲੜੇ ਫਿਰ ਲੀਨੇ ਮਾਰੇ, ਪਰ ਬਹੁਤਾ ਲੰਮਾ ਸਮਾਂ ਨਹੀਂ ਲੜ ਸਕੇ, ਦੁਸ਼ਮਣ ਦੀ ਗਿਣਤੀ ਇੰਨੀ ਜ਼ਿਆਦਾ ਸੀ। ਤੇ ਕਹਿੰਦੇ ਕੁਝ ਸਮੇਂ ਬਾਅਦ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਫਿਰ ਦਮ ਦਮੀਅਨ ਪਰ ਧਰੀ ਤਲਵਾਰ, ਪਹਿਲਾਂ ਤਾਂ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਟਕਸਾਲ ਵਾਲੇ ਸਿੰਘ ਉਹ ਲੜੇ, ਫਿਰ ਜਿਹੜੀ ਦਮਦਮੀ ਟਕਸਾਲ ਦੇ ਸਿੰਘ ਸਨ, ਜਿਨ੍ਹਾਂ ਨੂੰ ਮਲਵਈਆਂ ਦੀ ਜਥਾ ਕਹਿ ਸਕਦੇ ਆ, ਕਹਿੰਦੇ ਮਾਝੇ ਵਾਲੇ ਅੰਮ੍ਰਿਤਸਰ ਸਾਹਿਬ ਵਾਲੇ ਲੜੇ, ਫਿਰ ਦਮਦਮੀ ਜਿਹੜੇ ਮਲਵਈ ਸਿੰਘ ਸਨ ਉਹ ਤਲਵਾਰਾਂ ਧਰ ਕੇ ਲੜੇ। ਪਾਓ ਕੜੀ ਤੇ ਉਹ ਲੜੇ, ਘੜੀ ਦੋ ਘੜੀਆਂ ਉਹ ਵੀ ਲੜੇ ਹਨ। ਬਿਨ ਹਥਿਆਰ ਹੁਤੇ ਕਿਆ ਕਰੇ, ਉਹਨਾਂ ਵਿੱਚੋਂ ਕਈ ਸਿੰਘ ਸਨ ਜਿਨ੍ਹਾਂ ਕੋਲ ਸ਼ਸਤਰ ਨਹੀਂ ਸੀ, ਤੋ ਸ਼ਸਤਰ ਨਾ ਹੋਣ ਕਰਕੇ ਕਿੰਨਾ ਕੁ ਚਿਰ ਲੜਦੇ। ਦੀਨ ਮਜ਼ਹਬ ਕਾ ਯੁੱਧ ਪਛਾਣ, ਏਦਾਂ ਧਰਮ ਯੁੱਧ ਜਾਣ ਕੇ ਸੂਰਮੇ ਲੜਦੇ ਹਨ। ਟੀਮ ਸੋਟੇ ਕਰ ਮਾਰਨ ਤਾਣ, ਕਹਿੰਦੇ ਲੜਦਿਆਂ ਤਾਂ ਫਿਰ ਜਿਹੜਾ ਹੱਥ 'ਚ ਆ ਜੇ ਉਹੀ ਹਥਿਆਰ ਹੈ। ਕਿਸੇ ਦੇ ਹੱਥ 'ਚ ਪੱਥਰ ਆਇਆ, ਕਿਸੇ ਦੇ ਹੱਥ ਵਿੱਚ ਸੋਟਾ ਆਇਆ, ਕਿਸੇ ਦੇ ਹੱਥ ਜਿਹੜੀ ਵੀ ਚੀਜ਼ ਆਈ ਉਹਦੇ ਨਾਲ ਹੀ ਲੜਨ ਲੱਗੇ ਤੇ ਮਾਰਨ ਲੱਗੇ। ਟੀਮ ਸੋਟਨ ਤੇ ਕਬ ਵੈ ਮਰੇ, ਉਹ ਅਬਦਾਲੀ ਦੇ ਸੂਰਮੇ ਲੋਹਿਆਂ ਨਾਲ ਮੜੇ ਹੋਏ ਉਹ ਸੋਟਿਆਂ ਤੇ ਇੱਟਾਂ ਦੇ ਨਾਲ ਕਿੱਥੇ ਮਰਦੇ ਸਨ। ਮਾਰ ਤੇਗ ਇਨ ਦੋਏ ਧੜ ਕਰੇ, ਇਦਾਂ ਜਿਹੜੇ ਦਮਦਮੀ ਜਥੇ ਦੇ ਸਨ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਸਿੰਘ ਲੜ ਕੇ ਸ਼ਹੀਦੀਆਂ ਪਾ ਗਏ। ਦੋਹਰਾ ਗਹਿਲ ਪਿੰਡ ਟਿਗ ਆ ਪੁਜਿਓ, ਮਾਰਤ ਮਰਤ ਬਹੀਰ, ਕਹਿੰਦੇ ਵਹੀਰ ਬੈਰੀਆਂ ਨਾਲ ਮਾਰਦਾ ਮਰਦਾ ਚੱਲਦਾ ਵਹੀਰ, ਕਿਉਂਕਿ ਹੁਣ ਵਹੀਰ ਤੇ ਹਮਲਾ ਹੋਇਆ। ਸਿੰਘ ਦੂਜੇ ਪਾਸੇ ਅਬਦਾਲੀ ਦੀਆਂ ਫੌਜਾਂ ਨਾਲ ਲੜ ਰਹੇ ਸੀ। ਚੜਤ ਸਿੰਘ ਜੀ ਵੀ ਕਿੰਨਾ ਕੁ ਰੋਕਦੇ, ਕੱਲੇ ਸਨ। ਹੋਰ ਬਾਕੀ ਜਥੇ ਉਧਰ ਵੈਰੀਆਂ ਨਾਲ ਲੜ ਰਹੇ ਨੇ। ਵਹੀਰ ਨੂੰ ਪਾੜ ਲਿਆ ਸੀ, ਪਹਿਲਾਂ ਇਕੱਠਾ ਸੀ। ਚਲਦਿਆਂ ਵਹੀਰ ਗਹਿਲ ਪਿੰਡ ਹੈ ਇੱਧਰ ਹੀ ਮਲੇਰਕੋਟਲੇ ਤੋਂ ਥੋੜਾ ਜਿਹਾ ਪਰੇ ਨੂੰ, ਉੱਥੇ ਚੱਲ ਕੇ ਵਹੀਰ ਪਹੁੰਚਿਆ।
ਕਦੇ ਸਿੰਘ ਵਿੱਚ ਆ ਲੜੇ, ਕਦੇ ਜਾਏ ਹੋਏ ਤੀਰ। ਕਦੇ ਜਿਹੜੇ ਲੜਾਕੂ ਸੂਰਮੇ ਨੇ ਆਉਂਦੇ ਵਹੀਰ ਵਾਲੇ ਪਾਸਿਓਂ ਲੜਦੇ ਨੇ, ਕਦੇ ਉਹਨਾਂ ਨੂੰ ਦੂਜੇ ਪਾਸੇ ਵੀ ਜਾਣਾ ਪੈਂਦਾ। ਚੌਪਈ ਤਬ ਬਹੀਰ ਨੇ ਪਿੰਡ ਤਕਾਇਓ, ਜਦੋਂ ਵਹੀਰ ਨੇ ਵੇਖਿਆ ਕਿ ਪਿੰਡ ਆ ਗਿਆ ਸਾਹਮਣੇ ਗਹਿਲ, ਪਿੰਡ ਲੋਕਨ ਨੇ ਬੂਹੋ ਅੜਾਇਓ। ਪਰ ਅੱਗੋਂ ਪਿੰਡ ਵਾਲੇ ਇਹੋ ਜਿਹੇ ਬੇਮੁਖ, ਉਹਨਾਂ ਨੇ ਇਹ ਨਹੀਂ ਵੇਖਿਆ ਬੱਚੇ ਨੇ ਬਜ਼ੁਰਗ ਨੇ, ਤੇ ਉਹ ਵਹੀਰ ਦੇ ਵਿੱਚ ਇੱਧਰ ਆਉਣਾ ਚਾਹੁੰਦੇ ਪਿੰਡ ਵਾਲਿਆਂ ਦਰਵਾਜ਼ੇ ਬੰਦ ਕਰ ਲਏ ਗਹਿਲ ਪਿੰਡ ਵਾਲਿਆਂ ਨੇ, ਉਹਨਾਂ ਨੂੰ ਪਿੰਡ ਚੋਂ ਵੜਨ ਤੋਂ ਰੋਕ ਦਿੱਤਾ। ਪਿੰਡ ਮੈਂ ਵੜਨ ਨਦੀ ਨੋ ਕੋ, ਵਹੀਰ ਚੋਂ ਕਿਸੇ ਨੂੰ ਵੀ ਪਿੰਡ 'ਚ ਨਹੀਂ ਵੜਨ ਦਿੱਤਾ। ਔਖੀ ਬਣੀ ਬਹੀਰ ਸੁਤੋ, ਜਿਹੜੇ ਵਹੀਰ ਵਿੱਚ ਸਨ ਬੱਚੇ ਬਜ਼ੁਰਗ ਆਦਿਕ, ਉਹਨਾਂ ਵਾਸਤੇ ਔਖੀ ਬਣ ਗਈ। ਕਿਛ ਲੁਕ ਪੜੇ ਗੁਹਾਰ ਨਮਾਏ। ਹੁਣ ਪਿੰਡਾਂ ਦੇ ਬਾਹਰ ਵਾਰ ਨਾ ਆਮ ਕਰਕੇ ਤੁਸੀਂ ਵੇਖੋ, ਪਿੰਡਾਂ 'ਚ ਜਿਹੜੀਆਂ ਪਾਥੀਆਂ ਥੱਪਦੇ ਉਹਨਾਂ ਦੇ ਗੁਹਾਰੇ ਲਾਏ ਹੁੰਦੇ ਆ, ਤੇ ਗੁਬਾਰੇ ਜਿਹੜੇ ਲਾਏ ਹੁੰਦੇ ਗੁਹਾਰੇ, ਉਹਨਾਂ ਵਿੱਚ ਜਾ ਕੇ ਕਈ ਲੁਕਣ ਲੱਗੇ। ਸੋ ਗਿਲਜਨ ਨੇ ਛੋੜੇ ਨਾਏ, ਗਿਲਜੇ ਕਿੱਥੇ ਛੱਡਦੇ ਸੀ, ਵੇਖ ਕੇ ਗੁਹਾਰਿਆਂ ਵਿੱਚੋਂ ਬਹੁਤ ਸਾਰੇ ਕੱਢ ਕੇ ਸ਼ਹੀਦ ਕੀਤੇ। ਚਮਿਆਰਨ ਚੂਹੜਨ ਕੇ ਜੁੜ ਵੜੇ, ਕਹਿੰਦੇ ਕਈ ਉੱਥੇ ਨੇੜੇ ਘਰ ਸਨ ਹੋਰ ਗਹਿਲ ਪਿੰਡ 'ਚ, ਉਹਨਾਂ ਦੇ ਘਰਾਂ ਵਿੱਚ ਜਦੋਂ ਵੜੇ, ਕਾਢ ਲੋਕਨ ਤੇ ਬਾਹਰ ਕਰੇ। ਗਿਲਜਿਆਂ ਨੇ ਉਹਨਾਂ ਨੂੰ ਲੋਕਾਂ ਵਿੱਚੋਂ ਪਾੜ ਕੇ ਕੱਢ ਕੇ ਬਾਹਰ ਮਾਰਿਆ। ਲੋਥਨ ਉੱਪਰ ਲੋਥ ਹੋਏ ਪਰੀ, ਗਹਿਲ ਪਿੰਡ ਵਿੱਚ ਵਹੀਰ ਦੇ ਬਹੁਤੇ ਬੱਚੇ ਬਜ਼ੁਰਗ ਤੇ ਜਿਹੜੇ ਹੋਰ ਭਾਰ ਬਰਦਾਰੀ ਆਦਿਕ ਹੁੰਦੇ ਆ, ਉਹ ਮਾਰੇ ਗਏ, ਉਹਨਾਂ ਦੇ ਢੇਰ ਲੱਗ ਗਏ ਲਾਸ਼ਾਂ ਦੇ। ਉਨ ਤਲ ਗਿਰ ਕੇ ਬਚ ਰਹੇ ਕਈ ਕਹਿੰਦੇ ਥੱਲੇ ਜਿਹੜੇ ਉੱਤੇ ਮਾਰੇ ਗਏ, ਥੱਲੇ ਜਿਹੜੇ ਜੀਵਦੇ ਵੀ ਸੀ ਨਾ, ਉੱਠੇ ਹੀ ਨਹੀਂ। ਉਹ ਇਹ ਸਮਝ ਕੇ ਛੱਡ ਗਏ ਵੀ ਇਹ ਵੀ ਥੱਲੜੇ ਮਾਰੇ ਗਏ ਨੇ। ਜਿਹੜੇ ਥੋੜੇ ਬਹੁਤੇ ਥੱਲੇ ਡਿੱਗ ਕੇ ਬਚ ਗਏ, ਉੱਤੇ ਉਹਨਾਂ ਦੇ ਉੱਤੇ ਲਾਸ਼ਾਂ ਡਿੱਗੀਆਂ ਪਈਆਂ, ਏਦਾਂ ਕੁਝ ਬਚੇ। ਉਨ ਕੈ ਚੀਜ਼ ਜਟੋਲਨ ਵਾਰ, ਉਹਨਾਂ ਦੇ ਕੋਲ ਜਿਹੜਾ ਕੋਈ ਰਾਜ ਸਾਗ ਸੀ ਲੱਭਣ ਵਾਲਾ, ਕਿਤਨੇ ਵੈ ਫਿਰ ਦੀਨੇ ਮਾਰੇ। ਕਹਿੰਦੇ ਮਾਰ ਦਿੱਤੇ। ਦੋਹਰਾ ਉਹਾ ਸੋ ਛੋਰੀ ਥੀ ਕਣੀ, ਚਰੀ ਬਾਜਰੇ ਵਾਰ। ਖਾਲਸਾ ਜੀ ਆਮ ਕਰਕੇ ਨਗਰਾਂ ਦੇ ਵਿੱਚ ਵੱਡੀਆਂ ਵੱਡੀਆਂ ਬਾਜਰੇ ਤੇ ਚਰੀ ਦੀਆਂ ਸੁਕਾ ਕੇ ਨਾ ਪੰਡਾਂ ਉਹ ਰੱਖ ਦਿੰਦੇ ਹੁੰਦੇ ਆ ਕੁਤਰਾ ਕਰਨ ਵਾਸਤੇ। ਜਦੋਂ ਪਸ਼ੂਆਂ ਨੂੰ ਪਾਣਾ ਹੁੰਦਾ ਹਰੇ ਦੇ ਵਿੱਚ ਉਹ ਮਿਲਾ ਕੇ ਪਾ ਦਿੰਦੇ ਆ ਕੁਤਰਾ। ਉਹ ਬਾਹਰ ਪਿੰਡਾਂ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਉਹ ਬਾਜਰੇ ਦੀਆਂ ਜਾਂ ਜਵਾਰ ਜਿਹੜੀ ਸੁਕਾਈ ਹੋਈ ਹੈ, ਚਰੀ ਉਹ ਸਾਰੀ ਕਹਿੰਦੇ ਲਾਈ ਹੋਈ ਆ, ਉਹ ਸੁਕਾ ਕੇ ਉਹਦੀਆਂ ਵੱਡੇ ਵੱਡੇ ਜਿਵੇਂ ਕੁੱਪ ਜੇ ਬਣਾਏ ਹੁੰਦੇ ਆ। ਬੋਲੋਕ ਤਿੰਨ ਮੈਂ ਛਪੇ ਸੋ ਉਸ ਦੀ ਨੇ ਜਾਰ। ਕਈ ਉਹਦੇ ਚ ਬੜੇ ਗਿਲਜਿਆਂ ਨੇ ਲੱਭਣ ਦੀ ਬਜਾਏ ਉਹਨਾਂ ਨੂੰ ਅੱਗ ਲਾ ਦਿੱਤੀ। ਉਹ ਸੁੱਕੇ ਹੁੰਦੇ, ਉਹਨਾਂ ਨੂੰ ਅੱਗ ਛੇਤੀ ਲੱਗਦੀ ਹੈ। ਏਦਾਂ ਅੱਗ ਦੇ ਵਿੱਚ ਸੜ ਕੇ ਵੀ ਕਈ ਸ਼ਹੀਦੀਆਂ ਪਾ ਗਏ। ਜੋ ਪਈ ਉਹਾਂ ਚੜਤ ਸਿੰਘ ਗੁੱਸਾ ਖਾਇਆ। ਗਹਿਲ ਪਿੰਡ 'ਚ ਜਦੋਂ ਚੜਤ ਸਿੰਘ ਨੇ ਵੇਖਿਆ ਕਿ ਵਹੀਰ ਦਾ ਬਹੁਤ ਨੁਕਸਾਨ ਹੋਇਆ, ਉਹ ਉੱਥੇ ਜਦੋਂ ਪਹੁੰਚੇ ਲੜਦਿਆਂ ਲੜਦਿਆਂ ਚੜਤ ਸਿੰਘ ਜੀ ਬੜੇ ਗੁੱਸੇ 'ਚ ਆਏ, ਵੀਰ ਰਸ ਵਿੱਚ ਆਏ। ਮੁੜ ਕਰ ਘੋੜਾ ਬਹੀਰ ਰਲਾਇਆ। ਬੜੀ ਤੇਜ਼ੀ ਨਾਲ ਘੋੜਾ ਦੜਾ ਕੇ ਚੜਤ ਸਿੰਘ ਨੇ ਵਹੀਰ ਨਾਲ ਰਲਾਇਆ। 5 ਬੰਦੂਕੀਏ ਪਰ ਦੇਹ ਬੰਦੂਕ। 5 ਬੰਦੂਕ ਚੀ ਸੀ ਚੜਤ ਸਿੰਘ ਨਾਲ, ਉਹ ਬੰਦੂਕਾਂ ਭਰ ਕੇ ਦਿੰਦੇ ਚੜਤ ਸਿੰਘ ਨੂੰ। ਮਾਰੇ ਚੜਤ ਸਿੰਘ ਗਿਲਜਨ ਅਚੂਕ। ਮਾਰ ਗੋਲੀਆਂ ਕਹਿੰਦੇ ਗਿਲਜਿਆਂ ਦੀਆਂ ਛਾਤੀਆਂ ਪਾੜ ਸੁੱਟਦੇ ਚੜਤ ਸਿੰਘ ਜੀ। ਦੋਹਰਾ ਭਇਓ ਪਿਆਸੋ ਸ਼ਾਹਥੋ ਖੜ ਤਿੰਨ ਪੀਤੋ ਨੀਰ। ਇੱਥੇ ਹੁਣ ਲੜਦਿਆਂ ਕਹਿੰਦੇ ਅਹਿਮਦ ਸ਼ਾਹ ਹੁਣ ਪਿੱਛੋਂ ਜਿਉਂ ਟੁਰਿਆ ਸਵੇਰ ਦੇ, ਲੜਦਿਆਂ ਕਹਿੰਦੇ ਇੱਥੇ ਗਹਿਲ ਪਿੰਡ ਤੱਕ ਆਉਂਦਿਆਂ ਅਹਿਮਦ ਸ਼ਾਹ ਨੂੰ ਪਿਆਸ ਲੱਗੀ। ਉਹ ਕਹਿੰਦਾ ਇੱਥੇ ਹੁਣ ਪਾਣੀ ਦਾ ਕਿਤੇ ਪ੍ਰਬੰਧ ਕਰੀਏ। ਤੀਰੀ ਹੋਏ ਆਈ ਤੋ ਪਰ ਗਿਓ ਫਰਕ ਬਹੀਰ। ਅਬਦਾਲੀ ਰੁਕ ਗਿਆ, ਇੰਨੇ ਨੂੰ ਵਿੱਚ ਜਿਹੜਾ ਵਹੀਰ ਸੀ ਉਹ ਟੁਰਦਾ ਰਿਹਾ। ਏਦਾਂ ਅਬਦਾਲੀ ਦੇ ਵਿੱਚ ਉਹਦੀਆਂ ਫੌਜਾਂ ਤੇ ਵਹੀਰ ਵਿੱਚ ਥੋੜਾ ਜਿਹਾ ਵਿੱਚ ਫਾਸਲਾ ਪੈ ਗਿਆ, ਤੇ ਪਹਿਲਾਂ ਉੱਤੇ ਹੀ ਚੜ ਆਏ ਸੀ। ਏਦਾਂ ਉਹ ਅਬਦਾਲੀ ਪਾਣੀ ਪੀਣ ਨੂੰ ਰੁਕਿਆ ਤੇ ਵਹੀਰ ਦੇ ਵਿੱਚ ਤੇ ਅਬਦਾਲੀ ਦੇ ਦੋਨਾਂ ਦੇ ਵਿੱਚ ਕਹਿੰਦੇ ਵਹੀਰ ਦਾ ਕਾਫੀ ਫਰਕ ਪੈ ਗਿਆ। ਵਹੀਰ ਅੱਗੇ ਨੂੰ ਨਿਕਲ ਗਿਆ ਗਹਿਲ ਤੋਂ ਜਿਸ ਪ੍ਰਕਾਰ ਨਾਲ ਸਿੰਘ ਲੜੇ ਨੇ ਔਰ ਅਬਦਾਲੀ ਇੱਥੋਂ ਵਾਪਸ ਮੁੜਿਆ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਾਰ ਹੈ ਸੰਤ ਹੈ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਈਐ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ
ਵਾਹਿਗੁਰੂ ਵਾਹਿਗੁਰੂ दंडौत बंधन अनेक बार सर्व कला समरथ डोलंते राखो प्रभु प्रभु नानक दे कर हथ तू ठाकरो बैरागरो मैं जे ही कण चेरी तू सागरो रतनागरो हौ सार न जाना तेरी सार न जाना तू वडदाना कर महरमत साईं कृपा की जय सामत दी जय आठ पहर तुद त्याई गर्भ ना की जय रेण होवी जय तागत जियरे तेरी सब ऊपर नानक का ठाकुर मैं जे ही कण तेरी आनंद गुण निधान गुरु जीवनवान बिसर गए सब तात पराई बिसर गए सब तात पराई